आखण जोर चुपै न जोर, जोर न मंगण देण न जोर, जोर न जीवन मरण न जोर, जोर न राज माल मन सोर, जोर न सुरती ज्ञान विचार, जोर न जुगती छुटै संसार, जिस हथ जोर कर वेखै सोए, नानक उत्तम नीच न कोय। वाहिगुरू जी का खालसा वाहिगुरू जी की फतेह। गुरु प्यारी साध संगत जी, जप बाणी ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ 33 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਮਨੁੱਖ ਆਪਣੇ ਵੱਲੋਂ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਸੰਸਾਰ ਦੇ ਵਿੱਚ ਲੋਕਾਂ 'ਤੇ ਪ੍ਰਭਾਵ ਪਾਉਣ ਲਈ ਕਿ ਮੇਰੇ ਵਰਗਾ ਉੱਤਮ ਕੋਈ ਨਹੀਂ, ਕਿ ਤੁਸੀਂ ਇਹਨਾਂ ਕਰਮਾਂ ਨੂੰ ਨਿਭਾ ਨਹੀਂ ਰਹੇ ਅਤੇ ਤੁਹਾਡੇ ਵਰਗਾ ਨੀਚ ਕੋਈ ਨਹੀਂ। ਯਾਨੀ ਕਿ ਇਹ ਇੱਕ ਗੈਪ ਸੰਸਾਰ ਦੇ ਅਖੌਤੀ ਧਾਰਮਿਕ ਲੋਕਾਂ ਵਿੱਚ, ਸਮਾਜ ਵਿੱਚ, ਆਮ ਜ਼ਿੰਦਗੀ ਜਿਉਣ ਵਾਲਿਆਂ ਵਿੱਚ ਸ਼ੁਰੂ ਤੋਂ ਰਿਹਾ ਹੈ। ਕਿਉਂਕਿ ਜਿੰਨੇ ਵੀ ਲੋਕ ਆਖੇ ਜਾਣ ਵਾਲੇ ਅਖੌਤੀ ਧਾਰਮਿਕ ਕਰਮ ਨਿਭਾ ਰਹੇ ਸਨ, ਉਹ ਦੂਜਿਆਂ ਨੂੰ ਸ਼ੂਦਰ ਮੰਨਦੇ ਸਨ ਵੀ ਤੁਸੀਂ ਧਾਰਮਿਕ ਕਰਮ ਨਹੀਂ ਨਿਭਾ ਰਹੇ, ਤੁਸੀਂ ਸਾਡੇ ਵਰਗੇ ਉੱਤਮ ਨਹੀਂ ਹੋ। ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ 33 ਨੰਬਰ ਪੌੜੀ ਵਿੱਚ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਜਿਹੜੇ ਲੋਕ ਆਪਣੇ ਵੱਲੋਂ ਕੀਤੇ ਜਾ ਰਹੇ ਕਰਮ ਕਾਂਡਾਂ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦੇ ਸਨ। ਭਾਵੇਂ ਉਹ ਬੋਲਣ ਦਾ ਜ਼ੋਰ ਸੀ ਕਿ ਸਾਡੇ ਵਰਗੀ ਪ੍ਰਮਾਤਮਾ ਦੀ ਸਿਫਤ ਸਲਾਹ ਕੋਈ ਨਹੀਂ ਕਰਦਾ, ਉਸ ਗੱਲ 'ਤੇ ਜ਼ੋਰ ਦਿੰਦੇ ਸਨ। ਭਾਵੇਂ ਕੋਈ ਇਸ ਗੱਲ 'ਤੇ ਜ਼ੋਰ ਦੇ ਰਿਹਾ ਸੀ ਕਿ ਸਾਡੇ ਵਰਗਾ ਮੁਨੀ ਕੋਈ ਨਹੀਂ, ਅਸੀਂ ਕਈ ਮਹੀਨੇ ਬੋਲਦੇ ਨਹੀਂ, ਉਹ ਇਸ ਗੱਲ 'ਤੇ ਜ਼ੋਰ ਦੇ ਰਿਹਾ ਸੀ ਕਿ ਇਸ ਕਰਕੇ ਅਸੀਂ ਉੱਤਮ ਹਾਂ। ਕੋਈ ਮੰਗਣ ਕਰਕੇ ਕਿ ਅਸੀਂ ਜੋ ਮੰਗੀਏ ਉਹ ਮਾਲਕ ਕੋਲੋਂ ਮਿਲ ਜਾਂਦਾ ਹੈ, ਸਾਡੀ ਉਸ ਮਾਲਕ ਨਾਲ ਇੱਕ ਮਿਕਤਾ, ਅਸੀਂ ਬੜੇ ਪਹੁੰਚੇ ਹੋਏ ਹਾਂ, ਉਹ ਇਸ ਗੱਲ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦਾ ਸੀ। ਕਿਸੇ ਗੱਲ ਨੇ ਕਿਸੇ ਮਨੁੱਖ ਦੇ ਵਿੱਚ ਇਹ ਵਹਿਮ ਬੈਠਾ ਸੀ ਕਿ ਸਾਡੇ ਵਰਗਾ ਦਾਨੀ ਕੋਈ ਨਹੀਂ, ਉਹ ਦਾਨ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਦਾਨੀ ਅਖਵਾ ਕੇ ਉਹ ਪੌੜੀਆਂ ਚੜ੍ਹਨਾ ਚਾਹੁੰਦਾ ਸੀ ਜਿਹੜੀਆਂ ਪੌੜੀਆਂ 'ਤੇ ਚੜ੍ਹ ਕੇ ਮਨੁੱਖ ਸਚਿਆਰਾ ਬਣ ਸਕੇ। ਪਰ ਪਾਤਸ਼ਾਹ ਜੀ ਨੇ ਇਸ ਪੌੜੀ ਦੁਆਰਾ ਜੋ ਵਿਚਾਰ ਬਖਸ਼ਿਸ਼ ਕੀਤੇ ਨੇ ਵੀ ਕੋਈ ਮਨੁੱਖ ਅਖੌਤੀ ਧਾਰਮਿਕ ਜੀਵਨ ਜੀਉ ਕੇ ਆਪਣੇ ਆਪ ਨੂੰ ਇਹ ਮੰਨਦਾ ਸੀ ਕਿ ਜੋ ਮੇਰੇ ਕੋਲ ਜੀਵਨ ਆਮ ਸੰਸਾਰ ਦੇ ਲੋਕਾਂ ਕੋਲ ਨਹੀਂ ਹੈ। ਜਿੱਦਾਂ ਦਾ ਮੈਨੂੰ ਧਰਮ ਦੇ ਰਸਤੇ 'ਤੇ ਮਰਨਾ ਆਉਂਦਾ ਹੈ, ਜਿਵੇਂ ਲੋਕ ਮਰਦੇ ਵੀ ਰਹੇ, ਆਪਣੇ ਤਨ ਆਰਿਆਂ ਨਾਲ ਕਟਵਾਉਂਦੇ ਵੀ ਰਹੇ, ਉਹ ਇਸ ਗੱਲ 'ਤੇ ਜ਼ੋਰ ਦਿੰਦੇ ਸਨ ਕਿ ਅਸੀਂ ਸ਼ਾਇਦ ਇੱਦਾਂ ਉਸ ਮਾਲਕ ਨੂੰ ਪਾ ਸਕੀਏ ਅਤੇ ਉਹਦੀ ਨਜ਼ਰ ਦੇ ਪਾਤਰ ਬਣ ਸਕੀਏ। ਤੋ ਇਹਨਾਂ ਗੱਲਾਂ 'ਤੇ ਜ਼ੋਰ ਦੇ ਕੇ ਹੀ ਉਹ ਆਪਣੇ ਆਪ ਨੂੰ ਉੱਤਮ ਕਹਿੰਦੇ ਰਹੇ। ਤਾਂ ਹੀ ਤੁਸੀਂ ਵੇਖੋ ਵੱਡੇ ਇਨਸਾਨ ਵੀ ਅਖੌਤੀ ਧਾਰਮਿਕ ਲੋਕਾਂ ਦੇ ਅੱਗੇ ਇਸੇ ਕਰਕੇ ਜਾ ਕੇ ਲੰਮੇ ਪੈ ਜਾਂਦੇ ਰਹੇ, ਕਿਉਂਕਿ ਉਹਨਾਂ ਦੇ ਅੰਦਰ ਇਹ ਡਰ ਬੈਠਾ ਹੋਇਆ ਸੀ। ਤੋ ਗੁਰਦੇਵ ਪਿਤਾ ਮਹਾਰਾਜ ਜੀ ਨੇ ਜਪ ਬਾਣੀ, ਤੁਸੀਂ ਨੋਟ ਕੀਤਾ ਹੋਵੇਗਾ, ਜਪ ਬਾਣੀ ਦੀ ਜਿਹੜੀ ਕੱਲੀ ਪੌੜੀ ਹੈ, ਬੜੀਆਂ ਹੀ ਨਿੱਗਰ ਅਤੇ ਕਮਾਲ ਦੀਆਂ ਵਿਚਾਰਾਂ ਨੇ। ਇੰਝ ਲੱਗਦਾ ਜਿਵੇਂ ਗੁਰਦੇਵ ਪਿਤਾ ਮਹਾਰਾਜ ਜਿੰਨੇ ਵੀ ਵੱਖ ਮਤਾਂ ਮਜ਼ਹਬਾਂ ਦੇ ਲੋਕ ਮਿਲੇ ਨੇ, ਜੋ ਗੁਰਦੇਵ ਪਿਤਾ ਮਹਾਰਾਜ ਜੀ ਨਾਲ ਉਹਨਾਂ ਦੇ ਵਿਚਾਰ ਹੋਏ, ਜਿੱਥੋਂ ਪਤਾ ਲੱਗਾ ਵੀ ਕਿੱਦਾਂ ਲੋਕ ਉਲਝੇ ਪਏ ਨੇ, ਗੁਰਦੇਵ ਪਿਤਾ ਮਹਾਰਾਜ ਜੀ ਨੇ ਇਸ ਜਪ ਬਾਣੀ ਦੇ ਵਿੱਚ ਉਹ ਸਾਰੀ ਵਿਚਾਰ ਨੂੰ ਅੰਕਿਤ ਕੀਤਾ ਹੈ। ਅਸੀਂ ਕਈ ਵਾਰੀ ਇਹ ਜਪ ਬਾਣੀ ਨੂੰ ਬਹੁਤ ਹਲਕਾ ਲੈਂਦੇ ਹਾਂ ਵੀ ਇਹ ਤਾਂ ਸੌਖੀ ਬਾਣੀ ਹੈ, ਪਰ ਸੱਚ ਵਾਸਤਵ 'ਚ ਇਹ ਹੈ ਕਿ ਇਹ ਜਪ ਬਾਣੀ ਵਿੱਚ ਹਰ ਉਹ ਵਿਸ਼ਾ ਆਇਆ ਹੈ ਜਿਹੜੇ ਵਿਸ਼ੇ ਦੇ ਉੱਤੇ ਗੁਰਦੇਵ ਨੇ ਜ਼ੋਰ ਦੇ ਕੇ ਸਾਨੂੰ ਸਮਝਾਇਆ, ਜਿੱਥੇ ਤਾਣੀ ਉਲਝੀ ਹੋਈ ਸੀ। ਤਾਂ ਹੀ ਸਾਡੀ ਇਹ ਨਿੱਤ ਦੀ ਨੇਮ ਦੀ ਬਾਣੀ ਦੇ ਵਿੱਚ ਇਹ ਬਾਣੀ ਸ਼ਾਮਲ ਹੋਈ ਹੈ ਵੀ ਅਸੀਂ ਨਿੱਤ ਇਸ ਬਾਣੀ ਨੂੰ ਪੜ੍ਹ ਕੇ ਸਟੱਡੀ ਕਰਕੇ ਵਿਚਾਰ ਕੇ ਵੇਖੀਏ। ਜਿੰਨੀ ਵਾਰ ਪੜ੍ਹਦੇ ਜਾਓਗੇ, ਜਿੰਨੀ ਵਾਰ ਵਿਚਾਰ ਕਰਦੇ ਜਾਓਗੇ, ਤੁਸੀਂ ਇੱਕ ਵਾਰ ਪੌੜੀ ਦੇ ਵਿਚਾਰ ਕਰੋਗੇ, ਦੂਜੀ ਵਾਰ ਤੁਹਾਨੂੰ ਹੋਰ ਉਹਦੇ ਵਿੱਚੋਂ ਖਜ਼ਾਨਾ ਮਿਲੇਗਾ ਵੀ ਇਹ ਇਸ ਐਂਗਲ ਤੋਂ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ। ਕਿਉਂਕਿ ਜਿਸ ਨੇ ਵੀ ਬਾਣੀ ਦੇ ਅਰਥ ਕੀਤੇ ਨੇ, ਉਹਨੇ ਕਦੀ ਇਹ ਦਾਅਵਾ ਨਹੀਂ ਕੀਤਾ ਜੋ ਮੈਂ ਵਿਚਾਰ ਕਰ ਰਿਹਾ ਮੇਰਾ ਅੰਤਲਾ ਫੈਸਲਾ ਹੈ। ਉਹਨੇ ਕਿਹਾ ਭਾਈ ਇਹ ਸਾਗਰ ਹੈ, ਆਓ ਆਪਾਂ ਇਹਦੇ ਵਿੱਚੋਂ ਉਹ ਮੋਤੀ ਚੁਗੀਏ ਜਿਹੜੇ ਸਮਾਜ ਨੂੰ ਸੇਧ ਦੇਣੇ ਵਾਲੇ ਹੋਣ, ਜਿਹਦੇ ਨਾਲ ਅਸੀਂ ਸੱਚਿਆਰੇ ਪਦ ਦੀ ਪੌੜੀ 'ਤੇ ਚੜ੍ਹ ਕੇ ਆਪਣੇ ਜੀਵਨ ਨੂੰ ਸੱਚਾ ਬਣਾ ਸਕੀਏ। ਤਾਂ ਪਾਤਸ਼ਾਹ ਜੀ ਨੇ
इस बाणी दे विच भावें कि ये बाणी का दावा किया जाता मैं 5 पाठ करदा, मैं 10 पाठ करदा, मैं तो 20 मिनटां च जपजी साहिब दा पाठ कर लेना। काश किते असीं इस बाणी नूं इदां समझिया हुंदा, जिहड़े कर्म कांडां ते अज साडे कोलों जोर दे के साडे कोलों करवाया जा रहा, साडा उन्हां कर्म कांडां तो खैड़ा छुट जांदा ते असीं ते साडे बच्चे कदी गुरु दी सिੱਖੀ तो बागी ना हुंदे। अज बागी होने का भी कारण यह है कि असीं सिੱਖੀ के नाँ ते कीते हुए जिहड़े सिੱਖੀ का नाँ लैके जिहड़े कर्मकांड निभा रहे हैं, उन्हां तो साडी नौजवान पीढ़ी बागी हो गई। कसूर बच्चों का नहीं है, कसूर साडा अपना है कि असीं ना आप पढ़ी है, ना असीं अपने बच्चों तक ये गल समझा पाए हैं। तो पातशाह जी ने इत्थे जिहड़ी गल कीती है, जिस हथ जोर कर वेखै सोए, जोर दा अर्थ है ताकत बल, कहते सब ताकत का मालक वो आप है। कर वेखै सोए, वो आप अपनी कायनात नूं पाल के आप वेखदा है। तुसीं लड़ी वेखो किड्डी कमाल दी परोई है पातशाह जी ने। आपां गल शुरू कीती सी पिछों, जदों आपां 30 नंबर पौड़ी का पाठ शुरू किया सी, एका माई जुगत व्याई, उत्थे ये विचार चल रही सी कि उन्हां दे ये मिथ है कि ब्रह्मा पैदा करदा है, विष्णु रिजक दिंदा, शिव जिहड़ा उहदे कोल मारन दा महकमा है। इसे करके लोग इन्हां देवी देवतियां दी पूजा विच रुझे पए सन। गुरुदेव जी ने इत्थे गल कह दी, फिर अगली पौड़ी विच कहता, कहण लगे नहीं इत्थे किसी शिव ब्रह्मा ते विष्णु की जरूरत नहीं है। इत्थे क्लीयर कहता जिन्हां दे जिहड़े मनदे ने वो 100 वार मनन, इत्थे आसन लोए लोए भंडार है। इत्थे हर लो विच उहने अपना आसन लाया होया है ते एडा वड्डा भंडारा है, जो कुछ पाया सो एका वार। हुण एके वार उन्हां भंडारियां च खजाने पा दित्ते ने, मुकणगे नहीं। तो वो बाहर की गल करके मनुख के अंदर वाल ध्यान दिता कि बंदिया तेरे अंदर सब कुछ भरिया पिया, कढ़ ला जिन्ना कढ़िया जांदा इहदे विचों। जो कुछ पाया सो एका वार, कर कर वेखे नज़र। किन्नियां प्यारियां विचारां दित्तियां, किन्ने प्यारे ख्याल दे के समझाया। आसन लोए लोए भंडार, जो कुछ पाया सो एका वार, जो कुछ पाया सो एका वार, भाव इक्के वार, बार बार नहीं कहना पै रहा। तो फिर इस तो बाद जो आप अगली पौड़ी पढ़ी, एक दू जीवों लाख होए, लाख होवें लाख 20, लख लख गेड़ा आखियां, एक नाम जगदीश। जे तू उस खजाने तक पहुँचना चाहुंदा है, तो जे तू कहें कि मैं अपनी जुबान द्वारा इन्नी बार इदां कर लवां, बार बार उहदा सिमरन कर लवां, कह लगे इदां गल नहीं बनेगी। जुबान नाल तो इत्थे कहण वाले कई आए, जे जीवन में नहीं आया तो जुबान नाल कहण दा की अर्थ रह गया। जिवें आपां इस पौड़ी च भी समझिया कि जे मनुख इन्ना कहे वाह वाह कही जाए, पर गल समझ कुछ भी ना आवे। जदों किसी गल की समझ आउंदी, उदों क्या होया वाह को अर्थ रखदा है। तां गुरुदेव नूं कहना पिया सी, एत राह पत पवड़ियां चढ़ियां होए अकीस, आ है पति नूं मिलण वालियां पौड़ियां। एवें नहीं भी सुन गल्लां आकाश की कीटां आई रिस, गल्लां सुन के आकाश दियां उच्चियां। कर्मकांडी मनुखों के जीवन च भी चाह आउंदा है भी असीं भी इस पौड़ियां ते चढ़ीए। पातशाह ने फिर अगली पौड़ी च गल कर दी, कहण लगे अपने बलबूते ते अपने आप नूं धर्मी होने का दावा ना कर भी मेरे वर्गा धर्मी कोई नहीं, क्योंकि जिस हथ जोर जिहड़ा आप सब ताकतां दा मालक है, कर वेख्या सोए, उन्हें समुची कायनात नूं पाल के अपनी निगरानी विच रखिया है। हुक्मे अंदर सब को, बस आ चेता रखना, बाहर हुक्म ना कोई, नानक हुक्म है जे बुझे तां मैं कहे ना कोई। सब कुछ उहदे हुक्म च है, जिहड़ा उहदे हुक्म की पालना करता है वह सुखी रहिंदा है, जिहड़ा हुक्म की उलंघना करता वह दुखी हो जाता है। बस गल इन्नी किसी है। तां आखिया सी हुक्मी होवन आकार, सब कुछ उहदे हुक्म च बनता है, पर नाल इह भी कहता हुक्म ना कहया जाई। जे तुसीं इह कहो भी उहदे हुक्म नूं तुसीं बयान कर दोगे, कह दिओगे, कहंदे ये बंदे दे वसों बाहर है। बस इन्ना है भी असीं उहदे हुक्म च तुर के जीवन नूं सचियारा बनाउण दा यतन करना है। हुक्मी होवन आकार, हुक्म ना कहया जाई, हुक्मी होवन जी, हुक्म लै वडियाई, हुक्मी उत्तम नीच। इत्थे भी ओह गल आई ना, जिस हथ जोर कर वेख्या सोए, नानक उत्तम नीच ना कोई। वेखो किद्दां लड़ी परोई। आपां 33 नंबर पौड़ी तक आ गए हैं, तो दूजी पौड़ी नूं इस पौड़ी नाल मिला के वेखो, उत्थे कहता हुक्मी उत्तम नीच, कि वह मालक नूं उत्तम नीच बनाउंदा है, बंदे दे कर्म उत्तम ते नीच बनाउंदे ने, बंदे दीयां आदतां बंदे नूं उत्तम ते नीच बनाउंदे ने। उहदा नियम इक्को जिहा है सारिਆਂ ਲਈ। सरकार ने जेलां भी बनाईਆਂ ਹੁੰਦੀਆਂ ਨੇ, सरकार ने हॉस्पिटल भी बनाए ਹੁੰਦੇ ਨੇ, सरकार ने कॉलेज ते यूनीवर्सिटियां भी बनाईਆਂ ਹੁੰਦੀਆਂ ਨੇ। जे कोई यूनीवर्सिटी 'ਚ पहुंचा है तो अपने कर्म करके पहुंचे है। जे को बलात्कार के केस जेल च पहुंचा है तो अपनी आदत करके पहुंचे है।
ਸਾਹਿਬ ਨੇ ਬਖਸ਼ਿਸ਼ ਕੀਤਾ। ਅਜੇ ਸਰਕਾਰ, ਸੰਸਾਰੀ ਸਰਕਾਰਾਂ ਝੂਠੀਆਂ ਹੋ ਸਕਦੀਆਂ ਨੇ, ਕਿਸੇ ਬੇਗੁਨਾਹ ਬੰਦੇ ਨੂੰ ਜੇਲ੍ਹ ਤੱਕ ਸਕਦੀਆਂ ਨੇ। ਹੋ ਸਕਦਾ ਸਰਕਾਰ ਖਰੀਦੀ ਜਾ ਸਕੇ, ਕੋਈ ਜੱਜ ਖਰੀਦਿਆ ਜਾ ਸਕੇ, ਬੇਕਸੂਰ ਬੰਦਾ ਜੇਲ੍ਹ ਧੱਕਿਆ ਜਾਏ ਤੇ ਜਿਹੜਾ ਗੁਨਾਹਗਾਰ ਬੰਦਾ ਉਹ ਆਜ਼ਾਦ ਘੁੰਮੇ, ਹੋ ਸਕਦਾ ਹੈ। ਪਰ ਉਹ ਸੱਚੇ ਦੀ ਸਰਕਾਰ ਵਿੱਚ ਇੰਜ ਨਹੀਂ ਹੁੰਦਾ। ਇੱਥੇ ਤੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇੱਥੇ ਜੋ ਬੀਜੇਗਾ ਉਹ ਤੈਨੂੰ ਅਵਾ 'ਚ ਵੱਢਣਾ ਪੈਣਾ ਹੈ। ਇੱਥੇ ਕਹਿ ਦਿੱਤਾ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਸ ਹੱਥ ਤਾਕਤ ਹੈ ਉਹ ਸਾਰੀ ਕਾਇਨਾਤ ਨੂੰ ਆਪ ਪਾਲਦਾ ਪਿਆ। ਤੇ ਪਾਲਣ ਵਾਲੀ ਗੱਲ ਆਪਾਂ ਪੜ੍ਹ ਚੁੱਕੇ ਹਾਂ, ਕਿੱਦਾਂ ਪਾਲਦਾ? ਗੁਣ ਦੇ ਕੇ। ਜਿਹੜਾ ਖਜ਼ਾਨਾ ਉਹਨੇ ਹਰ ਇੱਕ ਦੇ ਹਿਰਦੇ 'ਚ ਖੋਲ੍ਹਿਆ ਹੋਇਆ ਹੈ। ਨਾਨਕ ਉੱਤਮ ਨੀਚ ਨਾ ਕੋਈ। ਹੈ ਨਾਨਕ, ਆਪਣੇ ਵੱਲੋਂ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਕੋਈ ਉੱਤਮ ਨਹੀਂ ਬਣੇਗਾ ਤੇ ਦੂਜੇ ਨੂੰ ਨੀਚ ਨਹੀਂ ਕਹਿ ਸਕਦਾ। ਅੱਜ ਹੋਇਆ ਇੱਦਾਂ ਹੀ ਹੁੰਦਾ ਰਿਹਾ। ਬ੍ਰਾਹਮਣ ਆਪਣੇ ਆਪ ਨੂੰ ਉੱਤਮ ਕਹਿੰਦਾ ਰਿਹਾ। ਕਮਾਲ ਦੀ ਗੱਲ ਵੇਖੋ, ਜਿਸ ਮਾਂ ਦੀ ਕੁੱਖ ਤੋਂ ਜਨਮ ਲੈਂਦਾ ਸੀ ਉਹਨੂੰ ਨੀਚ ਕਹਿੰਦਾ ਸੀ। ਜੇ ਉਹਨੂੰ ਉੱਤਮ ਗਿਣਦਾ ਹੁੰਦਾ ਉਹਨੂੰ ਕਿਉਂ ਨਾ ਜਨੇਊ ਪਾਉਣ ਦੀ ਆਗਿਆ ਦਿੰਦਾ? ਸ਼ੂਦਰ ਨਹੀਂ ਜਨੇਊ ਪਾ ਸਕਦਾ ਕਿਉਂਕਿ ਉਹਦੇ ਕਹਿਣ ਮੁਤਾਬਕ ਧਾਗਾ ਪਾਉਣ ਨਾਲ ਧਰਮੀ ਬਣਦਾ, ਪਰ ਉਹਨੇ ਔਰਤ ਨੂੰ ਅਧਿਕਾਰ ਨਹੀਂ ਦਿੱਤਾ। ਉਹਦੇ ਮੁਤਾਬਕ ਔਰਤ ਮਰਦ ਦੇ ਬਰਾਬਰ ਨਹੀਂ ਹੈ। ਉਹਨੇ ਔਰਤ ਨੂੰ ਆਗਿਆ ਨਹੀਂ ਦਿੱਤੀ, ਸ਼ੂਦਰ ਨੂੰ ਆਗਿਆ ਨਹੀਂ ਦਿੱਤੀ। ਇਹੋ ਕੰਮ ਹੀ ਅੱਜ ਸਾਡੇ ਸੰਪਰਦਾਇ ਤੇ ਡੇਰੇਦਾਰ ਕਰ ਰਹੇ ਨੇ, ਜਿਹੜੇ ਔਰਤ ਨੂੰ ਜਦੋਂ ਮੰਥਲੀ ਪੀਰੀਅਡ ਆਉਂਦੇ ਨੇ ਉਹਨੂੰ ਕਹਿੰਦੇ ਜੀ ਇਹ ਬਾਣੀ ਨਹੀਂ ਪੜ੍ਹ ਸਕਦੀ, ਇਹ ਅਪਵਿੱਤਰ, ਇੰਨੇ ਦਿਨ ਆ 5-4 ਦਿਨ ਇਹ ਗੁਰਦੁਆਰੇ ਨਹੀਂ ਆ ਸਕਦੀ। ਹੁਣ ਕਮਾਲ ਦੀ ਗੱਲ ਹੈ, ਜਿਹੜੇ ਬਾਬਿਆਂ ਨੇ ਮਾਂ ਦੀ ਕੁੱਖ ਤੋਂ ਜਨਮ ਲਿਆ ਉਹਨਾਂ ਨੂੰ ਮਾਂ ਹੀ ਮਾੜੀ ਲੱਗਦੀ ਹੈ, ਆਪਣੇ ਆਪ ਨੂੰ ਉੱਤਮ। ਉਹ ਮਾਂ ਨੀਚ ਹੋ ਗਈ। ਕਿਉਂ? ਕਿਉਂਕਿ ਮੈਂ ਧਰਮ ਕਰਮ ਨਿਭਾ ਰਿਹਾ। ਕਿੱਡੀ ਉਹਨਾਂ ਦੀ ਛਵੀ ਬਣੀ ਹੋਈ ਸੀ, ਕਿੱਡਾ ਉਹਨਾਂ ਦਾ ਪ੍ਰਭਾਵ ਲੋਕਾਂ 'ਤੇ ਬਣਿਆ ਹੋਇਆ ਸੀ, ਜਿਹੜਾ ਗੁਰਦੇਵ ਨੇ ਸਮਾਜ ਵਿੱਚ ਇਹ ਤੋੜਿਆ। ਕਿ ਨਾਨਕ ਉੱਤਮ ਨੀਚ ਨਾ ਕੋਏ, ਆਪਣੇ ਵੱਲੋਂ ਕੀਤੇ ਹੋਏ ਕੋਈ ਕਰਮ ਕਾਂਡਾਂ 'ਤੇ ਉਹ ਜ਼ੋਰ ਦੇ ਰਹੇ ਸਨ ਅਤੇ ਆਪਣੇ ਆਪ ਨੂੰ ਉੱਤਮ ਅਖਵਾਉਂਦੇ ਸੀ। ਤਾਂ ਹੀ ਤੁਸੀਂ ਵੇਖੋ ਬੜੇ ਬੜੇ ਲੋਕ ਕਿੱਦਾਂ ਮੱਥੇ ਟੇਕਦੇ ਸੀ। ਆ ਭਾਰਤ ਦੇਸ਼ ਹੀ ਹੈ ਨਾ, ਜਿੱਥੇ ਆਪਾਂ ਵੇਖਦੇ ਹਾਂ ਵੀ ਬੰਦਾ ਆਪਣਾ ਤਨ ਕੱਜਦਾ ਹੈ, ਗੁਪਤ ਅੰਗਾਂ ਨੂੰ ਕੱਪੜੇ ਨਾਲ ਢੱਕਦਾ ਹੈ, ਤੇ ਧਰਮ ਦੇ ਨਾਂ 'ਤੇ ਅਲਫ ਨੰਗੇ ਵੀ ਬਾਬੇ ਤੁਰੇ ਫਿਰਦੇ ਨੇ। ਤੁਸੀਂ ਵੇਖਦੇ ਹੋ ਭਾਰਤ ਦੇਸ਼ ਵਿੱਚ ਤਰ੍ਹਾਂ ਤਰ੍ਹਾਂ ਦੇ ਵੰਨਗੀਆਂ ਵਾਲੇ ਬਾਬੇ, ਜਿਹਨਾਂ ਨੂੰ ਦਿਗੰਬਰ ਕਹਿੰਦੇ ਆ, ਕਿੱਦਾਂ ਲੋਕ ਉਹਨਾਂ ਦੇ ਪੈਰਾਂ 'ਤੇ ਮੱਥਾ ਟੇਕਦੇ ਨੇ। ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਵੀ ਮਨ ਵਿਕਾਰੀ ਹੁੰਦਾ ਤਾਂ ਪਰਦੇ 'ਚ ਰਹਿਣਾ ਪੈਂਦਾ ਔਰਤ ਨੂੰ। ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਵੀ ਵੇਖੋ ਜੀ ਮੈਂ ਤੇ ਸਾਡੇ ਬਾਬਾ ਜੀ 'ਤੇ ਬਿਲਕੁਲ ਕੱਪੜੇ ਲਾ ਤੇ ਇਹਨਾਂ ਦਾ ਆਪਣੇ ਆਪ 'ਤੇ ਕੰਟਰੋਲ ਹੋ ਗਿਆ। ਇੱਥੇ ਤਰ੍ਹਾਂ ਤਰ੍ਹਾਂ ਦੀ ਵੰਨਗੀ ਵਾਲੇ। ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਗੱਲ ਸਮਝਾਈ, ਭਲਿਓ ਇਹਨਾਂ ਗੱਲਾਂ ਨਾਲ ਕੋਈ ਉੱਤਮ ਨਹੀਂ ਬਣਦਾ। ਉੱਤਮ ਬਣਨਾ ਹੈ ਸਚਿਆਰੇ ਕੰਮ ਕੀਤੇ, ਚੰਗੇ ਕੰਮ ਕੀਤੇ ਉੱਤਮ ਬਣਨਾ ਹੈ। ਇਹ ਮੈਂ ਪਹਿਲਾਂ ਵੀ ਕਹਿ ਚੁੱਕਾ। ਸਾਧ ਸੰਗਤ ਜੀ, ਇੱਕ ਗੱਲ ਦਾ ਚੇਤਾ ਰੱਖਣਾ, ਜਿਹੜੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਨਾ, ਕੀਮਤੀ ਹੁੰਦੀਆਂ ਨੇ, ਉਹਨਾਂ ਨੂੰ ਕੋਈ ਪਿੱਟਿਆ ਨਹੀਂ ਮੰਨਦਾ ਕਦੀ ਵੀ। ਕਦੀ ਤਜਰਬਾ ਕਰਕੇ ਵੇਖੋ। ਦੇਸੀ ਘਿਓ ਹੈ ਨਾ, ਬਾਣੀ 'ਚ ਬੜਾ ਪਿਆਰਾ ਸ਼ਬਦ ਹੈ, ਘੇ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮੈਂ ਹੋਏ। ਤੁਸੀਂ ਦੇਸੀ ਘਿਓ ਲੈਣ ਜਾਂਦੇ ਹੋ ਨਾ ਬਾਜ਼ਾਰੋਂ, ਅੱਜ ਤੱਕ ਕਿਸੇ ਨੇ ਦੇਸੀ ਘਿਓ ਬਾਰੇ ਪੁੱਛਿਆ ਵੀ ਇਹ ਕਿਹੜੇ ਘਰੋਂ ਆਇਆ ਹੈ, ਕਿਹੜੀ ਮੱਝ ਦਾ ਹੈ, ਕਿਹੜੀ ਗਾਂ ਦਾ ਹੈ, ਇਹਨੂੰ ਪੱਠੇ ਪਾਉਣ ਵਾਲੇ ਕਿਹੜੇ ਕਿਸਮ ਦੇ ਲੋਕ ਸਨ? ਤੁਹਾਡੇ ਲਾਗੇ 10 ਲੀਟਰ ਪਾਣੀ ਵਿੱਚ ਮੱਖੀ ਪੈ ਜਾ, ਤੁਸੀਂ 1 ਮਿੰਟ ਲਾਉਂਦੇ ਪਾਣੀ ਡੋਲਣ ਲੱਗੇ ਆ। ਇੱਕ ਕੌਲੀ ਵਿੱਚ 5-10 ਚਮਚੇ ਘਿਓ ਦੇ ਉਹਨਾਂ ਦੇ ਮੱਖੀ ਪੈ ਜਾਏ। ਹੁਣ ਮੱਖੀ ਕਿਉਂ ਨਹੀਂ ਕੱਢ ਕੇ, ਹੁਣ ਕਿਉਂ ਨਹੀਂ ਘਿਓ ਡੋਲਿਆ? ਕਿਉਂਕਿ ਘਿਓ ਮਹਿੰਗਾ ਹੈ ਅਤੇ ਮਹਿੰਗੀਆਂ ਚੀਜ਼ਾਂ ਨੂੰ ਪਿੱਟਿਆ ਨਹੀਂ ਮੰਨਿਆ ਜਾਂਦਾ। ਬਲਕਿ ਸਗੋਂ ਘਿਓ ਵਿੱਚ ਤਾਂ ਮੱਖੀ ਦਾ ਜਾਨ ਵੀ ਬੜੀ ਬੁਰੀ ਤਰੀਕੇ ਨਾਲ ਨਿਕਲੀ। ਉਹ ਤਾਂ ਠੰਡਾ ਸੀ ਨਾ, ਪਾਣੀ ਵਿੱਚ ਹੋ ਸਕਦਾ ਅਜੇ 2-4 ਸਕਿੰਟ ਕੱਢ ਜਾਂਦੀ, ਪਰ ਘਿਓ ਮਹਿੰਗਾ ਹੋਣ ਕਰਕੇ ਉਹਦੀ ਪਿੱਟਿਆ। ਦੁੱਧ ਵਿੱਚ ਕਿਤੇ ਮੱਖੀਆਂ ਨਹੀਂ ਪੈਂਦੀਆਂ? ਪੈਂਦੀਆਂ ਨੇ। ਦੁੱਧ 'ਚੋਂ ਮੱਖੀ ਕੱਢ ਕੇ ਪਰਾਂ ਸੁੱਟ ਕੇ ਦੁੱਧ ਵਰਤਿਆ ਜਾਂਦਾ ਹੈ। ਪਾਣੀ ਕਿਉਂ ਨਹੀਂ ਵਰਤਿਆ ਜਾਂਦਾ? ਕਿਉਂਕਿ ਸਾਡੇ ਮੁਤਾਬਕ ਪਾਣੀ ਸਸਤਾ ਹੈ। ਘੇ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮੈਂ ਹੋਏ। ਇੱਦਾਂ ਹੀ ਸੰਸਾਰ 'ਤੇ ਭਾਵੇਂ ਵਿਪਰ ਦੇ ਮੁਤਾਬਕ ਆਮ ਵਰਨਾਂ ਵਿੱਚ ਲੋਕ ਪੈਦਾ ਹੋਏ, ਜਦੋਂ ਉਹਨਾਂ ਵਿੱਚ ਸੱਚ ਦੀ ਗੱਲ ਆਈ, ਉਹਨਾਂ ਦੇ ਗੁਣਾਂ ਨੇ ਉਹਨਾਂ ਦੀ ਕੀਮਤ ਵਧਾ ਦਿੱਤੀ। ਐਵੇਂ ਥੋੜ੍ਹਾ ਆਖਿਆ ਸੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਸ਼ੀਪਰ ਹੋਇਓ ਲਖੀਣਾ। ਜਿਹਨੂੰ ਲੋਕ ਅੱਧੀ ਕੌਡੀ ਦਾ ਕਹਿੰਦੇ ਸੀ, ਗੋਬਿੰਦ ਗੋਦਾ ਅਰਥ ਧਰਤੀ, ਬਿੰਦ ਦਾ ਅਰਥ ਧਰਤੀ ਦਾ ਮਾਲਕ, ਉਹਦੇ ਨਾਲ ਸਾਂਝ ਪਾ ਕੇ ਲਖੀਣਾ ਲੱਖਾਂ ਦਾ ਹੋ ਗਿਆ। ਗੁਣ ਆਏ ਅੰਦਰ, ਬਾਹਰਲੀ ਕਰੰਸੀ ਦੀ ਗੱਲ ਨਹੀਂ ਹੋ ਰਹੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਸ਼ੀਪਰੋ ਹੋਇਓ ਲਖੀਣਾ। ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਰਾ ਭਇਓ ਗੁਣੀ ਗੁਹੀਰਾ।
ਰਵਿਦਾਸ ਢੁੰਤਾ ਢੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਕੌਣ ਸਨ ਜਿਨ੍ਹਾਂ ਨੂੰ ਇਹ ਨੀਚ ਗਿਣਦੇ ਸੀ? ਪਰ ਸਤਿਗੁਰੂ ਜੀ ਕਹਿੰਦੇ ਆਪਣੇ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਆਪਣੇ ਆਪ ਨੂੰ ਉੱਤਮ ਨਾ ਕਹੇ। ਉੱਤਮ ਤੇਰੇ ਕਰਮਾਂ ਨੇ ਬਣਾਉਣਾ ਹੈ, ਤੇਰੀਆਂ ਆਦਤਾਂ ਨੇ ਬਣਾਉਣਾ ਹੈ, ਤੇਰਾ ਸਦਾਚਾਰੀ ਜੀਵਨ ਨੇ ਤੈਨੂੰ ਬਣਾਉਣਾ ਹੈ। ਹਾਂ, ਕਰਮਾਂ ਕਰਕੇ ਕੋਈ ਨੀਚ ਹੋ ਸਕਦਾ ਹੈ, ਜਨਮ ਲੈਣ ਕਰਕੇ ਉੱਤਮ ਨੀਚ ਕੋਈ ਨਹੀਂ ਹੈ। ਤੂੰ ਆਪਣੇ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਆਪਣੇ ਆਪ ਨੂੰ ਉੱਤਮ ਮੰਨਦਾ ਵੀ ਮੇਰੇ ਵਰਗਾ ਉੱਤਮ ਕੋਈ ਨਹੀਂ। ਸਤਿਗੁਰੂ ਜੀ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ। ਉੱਤਮ ਨੀਚ ਆਪਣੀਆਂ ਆਦਤਾਂ ਦੁਆਰਾ ਹੋ ਸਕਦਾ ਹੈ, ਭਾਵੇਂ ਕੋਈ ਕਿੱਡੇ ਵਰਜੀ ਘਰਾਣੇ 'ਚ ਪੈਦਾ ਹੋਇਆ ਹੋਵੇ। ਤਾਂ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਹੈ, 33 ਨੰਬਰ ਪੌੜੀ, ਚੇਤਾ ਰੱਖਿਓ। ਆਖਣ ਜ਼ੋਰ ਚੁੱਪੈ ਨਹਿ ਜ਼ੋਰ। ਕੋਈ ਆਖਣ ਤੇ ਜ਼ੋਰ ਦੇ ਰਿਹਾ ਸੀ, ਇਸ ਗੱਲ ਤੇ ਉਹ ਧਰਮੀ ਹੋਣ ਦਾ ਦਾਅਵਾ ਕਰਦਾ ਸੀ, ਮੇਰੇ ਵਰਗਾ ਉੱਤਮ ਕੋਈ ਨਹੀਂ ਹੈ। ਆਖਣ ਜ਼ੋਰ, ਆਖਣ ਤੇ ਜ਼ੋਰ, ਵੀ ਮੈਨੂੰ ਤਰ੍ਹਾਂ ਤਰ੍ਹਾਂ ਦੀ ਤਰੀਕੇ ਨਾਲ ਉਹਦੀ ਸਿਫਤ ਸਲਾਹ ਕਰਨੀ ਆਉਂਦੀ ਹੈ, ਮੈਨੂੰ ਬੜੇ ਵਧੀਆ ਤਰੀਕੇ ਨਾਲ ਰੱਬ ਨੂੰ ਪੇਸ਼ ਕਰਨਾ ਆਉਂਦਾ ਹੈ। ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ। ਆਖਣ ਜ਼ੋਰ, ਉਹਦਾ ਜ਼ੋਰ ਇਸ ਗੱਲ ਤੇ ਸੀ ਕਿ ਮੈਨੂੰ ਰੱਬ ਦੀ ਸਿਫਤ ਸਲਾਹ ਕਰਨੀ ਆ ਰਹੀ ਹੈ, ਉੱਚੀ ਉੱਚੀ ਗਾ ਗਾ ਕੇ ਕਿ ਮੈਂ ਉਸ ਮਾਲਕ ਦੀ ਸਿਫਤ ਸਲਾਹ ਕਰਦਾ ਹਾਂ। ਆਖਣ ਜ਼ੋਰ, ਉਹਦਾ ਜ਼ੋਰ ਹੀ ਇਸ ਗੱਲ ਤੇ ਲੱਗਾ ਹੋਇਆ ਸੀ, ਆਖਣ ਤੇ। ਕੋਈ ਆਖਣ ਦੇ ਉੱਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦਾ ਸੀ, ਉੱਤਮ ਅਖਵਾ ਰਿਹਾ ਸੀ, ਦੂਜਿਆਂ ਨੂੰ ਕਹਿੰਦਾ ਸੀ ਤੁਹਾਨੂੰ ਨਹੀਂ ਆਖਣਾ ਆਉਂਦਾ ਇੱਦਾਂ, ਮੈਂ ਤੁਹਾਡੇ ਨਾਲ ਉੱਤਮ ਹਾਂ। ਚੁੱਪੇ ਨੇ ਜ਼ੋਰ, ਤੇ ਕੋਈ ਚੁੱਪ ਰਹਿਣ ਤੇ ਜ਼ੋਰ ਦੇ ਰਿਹਾ ਸੀ। ਬਾਬਾ ਜੀ ਤੇ ਮੋਨੀ ਨੇ, ਮੈਂ ਤੇ ਬੋਲਦਾ ਨਹੀਂ, 2-2 ਮਹੀਨੇ ਬਾਬਾ ਜੀ ਚੁੱਪ ਰਹਿੰਦੇ ਨੇ। ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਵੀ ਚੁੱਪ ਰਹਿਣ ਨਾਲ ਮੈਂ ਉੱਤਮ ਹਾਂ। ਪੜ੍ਹੋ ਹੁਣ ਜਪ ਬਾਣੀ ਦੀ ਪਹਿਲੀ ਪੌੜੀ, ਉੱਥੇ ਕਿਸ ਕਰਮ ਕਾਂਡ ਦਾ ਜ਼ਿਕਰ ਕੀਤਾ? ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲੇਵਤਾਰ। ਵੇਖੋ ਤੁਸੀਂ ਲੜੀ ਨਾਲ ਜੋੜ ਕੇ ਵੇਖੋ, ਇੱਥੇ ਆਪਾਂ 33 ਨੰਬਰ ਪੌੜੀ ਤੇ ਆ ਗਏ ਹਾਂ, ਤੇ ਗੱਲ ਪਹਿਲੀ ਪੌੜੀ ਨਾਲ ਜੋੜ ਕੇ ਵੇਖੋ। ਸਿਰ ਨਹੀਂ ਝੁਕਦਾ ਸਤਿਗੁਰ ਦੇ ਚਰਨਾਂ 'ਚ। ਵਾਹ, ਵਾਰੇ ਜਾਈਏ ਸਤਿਗੁਰ ਜੀ, ਕਿੰਨਾ ਅਗੰਮੀ ਗਿਆਨ ਸਾਨੂੰ ਬਖਸ਼ਿਸ਼ ਕੀਤਾ ਜ਼ਿੰਦਗੀ ਨੂੰ ਜਿਉਣ ਦਾ। ਨਹੀਂ ਤੇ ਇੱਥੇ ਲੋਕਾਂ ਨੇ ਪ੍ਰਭਾਵ ਪਾ ਛੱਡਣਾ ਸੀ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ। ਇੱਥੇ ਤੇ ਹੱਥ ਲੱਗ ਜਾਂਦਾ ਸੀ ਕਿਸੇ ਬੰਦੇ ਦਾ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਦਾ ਕਿਸੇ ਵਸਤੂ ਨੂੰ ਹੱਥ ਲੱਗ ਜਾਣਾ, ਕਹਿਣਾ ਵਸਤੂ ਪਿੱਟੀ ਗਈ ਹੈ। ਬਾਬਾ ਭਾਵੇਂ ਬਲਾਤਕਾਰੀ ਹੋਵੇ, ਉਹਦਾ ਹੱਥ ਲਵਾ ਕੇ ਕਹਿਣਾ ਇਹ ਪਵਿੱਤਰ ਹੈ। ਇੱਥੇ ਲੋਕ ਸਾਧਾਂ ਦੇ ਕੋਲੋਂ ਮੂੰਹ ਦੀ ਜੂਠ, ਜਿਹਨੂੰ ਸ਼ੀਤ ਪ੍ਰਸ਼ਾਦ ਕਹਿੰਦੇ ਆ, ਉਹ ਵੀ ਲੰਗਰਾਂ 'ਚ ਪਾਉਂਦੇ ਵੇਖੇ ਗਏ ਨੇ। ਉਹਨਾਂ ਦੀ ਜੂਠ ਖਾ ਕੇ ਵੀ ਆਪਣੇ ਆਪ ਨੂੰ ਉੱਤਮ ਮੰਨਦੇ ਗਏ ਨੇ। ਸਾਡੇ ਵਰਗਾ ਉੱਤਮ ਕੋਈ ਨਹੀਂ, ਅਸੀਂ ਤਾਂ ਮਹਾਂਪੁਰਖਾਂ ਦਾ ਜੂਠਾ ਪ੍ਰਸ਼ਾਦ ਛਕਿਆ। ਇਹ ਤਾਂ ਭਲਾ ਹੋਵੇ ਸਤਿਗੁਰੂ ਜੀ ਨੇ ਇਹ ਵਿਚਾਰ ਸਾਡੀ ਜ਼ਿੰਦਗੀ 'ਚ ਪੱਕੇ ਕੀਤੇ, ਨਹੀਂ ਤੇ ਆਮ ਵਰਗ ਨੂੰ ਗੁਰੂ ਦੀ ਬਾਣੀ ਦੇ ਕੋਲ ਬੈਠਣ ਦਾ ਅਧਿਕਾਰ ਨਹੀਂ ਸੀ। ਇਹ ਗੱਲ ਸੱਚ ਹੈ। ਅਸੀਂ ਆਪਣੀ ਜ਼ਿੰਦਗੀ, ਤੁਸੀਂ ਵੇਖਿਆ ਹੋਣਾ ਕਿ ਵੱਡੇ ਵੱਡੇ ਸਾਧਾਂ ਦੇ ਸਮਾਗਮਾਂ 'ਚ ਤੁਹਾਨੂੰ ਕੋਈ ਬੀਬੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੀ ਨਜ਼ਰ ਨਹੀਂ ਆਈ ਹੋਣੀ। ਗੁਰੂ ਗ੍ਰੰਥ ਦੀ ਹਜ਼ੂਰੀ 'ਚ ਕਿਤੇ ਬੀਬੀਆਂ ਨੂੰ ਕੀਰਤਨ ਕਰਦਿਆਂ ਕਿਸੇ ਟਾਵੇਂ ਨੇ ਵੇਖਿਆ ਹੋਏਗਾ। ਜਦੋਂ ਹੌਲੀ ਹੌਲੀ ਸੰਗਤਾਂ ਜਾਗਰਤੀ ਆਈ, ਬੱਚੀਆਂ ਗੁਰਬਾਣੀ ਵੀ ਪੜ੍ਹਨ ਲੱਗੀਆਂ, ਬੱਚੀਆਂ ਗੁਰਬਾਣੀ ਦਾ ਕੀਰਤਨ ਵੀ ਕਰਨ ਲੱਗੀਆਂ, ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲੱਗੀਆਂ। ਨਹੀਂ ਤੇ ਵੱਡੇ ਵੱਡੇ ਆਪਣੇ ਨੂੰ ਉੱਤਮ ਮੰਨਣ ਵਾਲੇ ਔਰਤ ਨਾਲ ਨਫ਼ਰਤ ਕਰਦੇ ਸੀ, ਯਾਨੀ ਕਿ ਬਾਹਰੋਂ ਬਾਣਾ ਧਰਮ ਸਿੱਖੀ ਵਾਲਾ, ਸੋਚ ਵਿਪਰ ਵਾਲੀ, ਸੋਚ ਵਿਪਰ ਵਾਲੀ ਆਪਣੇ ਅੰਦਰ ਲਿਆ ਕੇ ਰੱਖੀ ਹੋਈ ਸੀ। ਇਹੋ ਵਜ੍ਹਾ ਸੀ ਵਿਆਹ ਨਾ ਕਰਾਉਣ ਦਾ ਕਾਰਨ ਕੀ ਸੀ? ਔਰਤ ਨਾਲ ਧਰਮ ਵਿੱਚ ਰੁਕਾਵਟ ਖੜੀ ਹੁੰਦੀ ਹੈ। ਉਹ ਵੱਖਰੀ ਗੱਲ ਹੈ, ਬਾਅਦ ਵਿੱਚ ਉਹਦੇ ਕਈ ਬਹਾਨੇ ਬਣਾਏ ਗਏ। ਤੋ ਖੈਰ, ਮੈਂ ਇਸ ਵਿਸ਼ੇ 'ਤੇ ਆਪਾਂ ਨਾ ਜਾਈਏ, ਇਹ ਤਾਂ ਆਪਣੇ ਹਰ ਇੱਕ ਦੀ ਮਰਜ਼ੀ ਹੈ। ਪਰ ਕਿਤੇ ਨਾ ਕਿਤੇ ਇਹ ਚੀਜ਼ ਨੂੰ ਮੰਨਿਆ ਗਿਆ, ਔਰਤ ਵਿੱਚ ਕਿਤੇ ਨਾ ਕਿਤੇ ਕਮੀ। ਤਾਂ ਹੀ ਤਾਂ ਕਿਸੇ ਨੇ ਬਘਿਆੜਨ ਕਹਿ ਦਿੱਤਾ, ਕਿਸੇ ਨੇ ਕੋਈ ਇਲਜ਼ਾਮ ਲਾ ਦਿੱਤਾ, ਬਾਬਾ ਜੀ ਮੋਨੀ ਹੈ ਜੀ, ਬਾਬਾ ਜੀ ਚੁੱਪ ਕਰਕੇ ਬੈਠੇ। ਕਿਸੇ ਨੇ ਚੁੱਪ ਰਹਿਣ 'ਤੇ ਜ਼ੋਰ ਦਿੱਤਾ ਤੇ ਕਿਸੇ ਨੇ ਆਖਣ 'ਤੇ ਜ਼ੋਰ ਦਿੱਤਾ। ਇਸੇ ਬਲਬੂਤੇ 'ਤੇ ਆਪਣੇ ਆਪ ਨੂੰ ਉੱਤਮ ਮੰਨਦਾ ਰਿਹਾ। ਪਾਤਸ਼ਾਹ ਜੀ ਨੇ ਕਹਿ ਦਿੱਤਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਉਹ ਭਰਿਆ ਬਾਹਰ ਦੇ ਚੁੱਪ ਕੀਤਿਆਂ ਤੇ ਬਾਹਰ ਦੇ ਚੁੱਪ ਕਰਨ 'ਤੇ ਜ਼ੋਰ ਦੇ ਰਿਹਾ, ਮਨ 'ਤੇ ਅੰਦਰੋਂ ਖੌਰੂ ਪਾ ਰਿਹਾ। ਕਿੱਦਾਂ ਉੱਤੋਂ ਬਣ ਜਾਏਗਾ ਤੂੰ? ਚੁੱਪ ਰਹਿਣ 'ਤੇ ਜ਼ੋਰ ਦਿੱਤਾ ਐ ਬਾਬਾ ਜੀ ਮੋਨੀ ਨੇ। ਆਖਣ ਜ਼ੋਰ, ਚੁੱਪੈ ਨੇ ਜ਼ੋਰ। ਕਿਸੇ ਨੇ ਆਖਣ 'ਤੇ ਜ਼ੋਰ ਦਿੱਤਾ, ਕਿਸੇ ਨੇ ਚੁੱਪ ਰਹਿਣ 'ਤੇ। ਕੋਈ ਆਖਣ ਦੇ ਜ਼ੋਰ ਸਦਕਾ ਵੀ ਮੇਰੇ ਵਰਗਾ ਆਖਣ ਦਾ ਤਰੀਕਾ ਕਿਸੇ ਕੋਲ ਨਹੀਂ, ਇਹ 'ਤੇ ਜ਼ੋਰ ਦੇ ਕੇ ਉੱਤਮ ਮੰਨਦਾ ਰਿਹਾ। ਕੋਈ ਚੁੱਪ ਰਹਿਣ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦਾ ਰਿਹਾ। ਆਖਣ ਜ਼ੋਰ, ਚੁੱਪੈ ਨੇ ਜ਼ੋਰ। ਜ਼ੋਰ ਨਾ ਮੰਗਣ, ਕਿਸੇ ਨੇ ਮੰਗਣ 'ਤੇ ਜ਼ੋਰ ਦਿੱਤਾ,
ਕਿ ਜਿਹੜੀਆਂ ਕਾਮਨਾਵਾਂ ਬਾਬਾ ਜੀ ਮੰਗਣ ਉਹ ਮਿਲ ਜਾਂਦੀਆਂ ਨੇ। ਕਿਸੇ ਨੇ ਮੰਗਣ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਧਰਮੀ ਹੋਣ ਦਾ ਤਾਈਓ ਤੇ ਆਮ ਲੋਕ ਇਹਨਾਂ ਕੋਲ ਜਾਂਦੇ ਸੀ ਨਾ ਵੀ ਸਾਡੀ ਨਹੀਂ ਸੁਣਨੀ ਰੱਬ ਜੀ ਨੇ। ਪੁੱਤਰ ਸਾਨੂੰ ਚਾਹੀਦਾ, ਮੰਗ ਕੇ ਇਹ ਦੇਣਗੇ। ਕਾਰ ਸਾਨੂੰ ਚਾਹੀਦੀ ਹੈ, ਮੰਗ ਕੇ ਬਾਬਾ ਜੀ ਦੇਣਗੇ। ਜ਼ਮੀਨ ਸਾਨੂੰ ਚਾਹੀਦੀ ਹੈ, ਮੰਗ ਕੇ ਬਾਬਾ ਜੀ ਦੇਣਗੇ। ਦੇਹ ਰੋਗਤਾ ਸਾਨੂੰ ਚਾਹੀਦੀ ਹੈ, ਮੰਗ ਕੇ ਬਾਬਾ ਜੀ ਦੇਣਗੇ। ਘਰ ਸੁੱਖ ਸ਼ਾਂਤੀ ਚਾਹੀਦੀ ਹੈ, ਮੰਗ ਕੇ ਬਾਬਾ ਜੀ ਦੇਣਗੇ। ਕਿਸੇ ਨੇ ਮੰਗਣ 'ਤੇ ਜ਼ੋਰ ਤਾਂ ਹੀ ਤੇ ਅਗਲਿਆਂ ਵੱਡੇ ਵੱਡੇ ਫੱਟੇ ਲਾਏ ਸੀ। ਇੱਥੋਂ ਦੁੱਧ ਮਿਲਦਾ, ਇੱਥੋਂ ਪੁੱਤ ਮਿਲਦਾ, ਇੱਥੋਂ ਮੂੰਹ ਮੰਗੀਆਂ ਮੁਰਾਦਾਂ। ਬੜੇ ਉਸਾਸ ਜੀ, ਮੂੰਹ ਮੰਗੀਆਂ ਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਨੇ। ਉਹਨਾਂ ਨੇ ਮੰਗਣ 'ਤੇ ਜ਼ੋਰ ਦਿੱਤਾ ਵੀ ਇੱਥੇ ਹਰ ਚੀਜ਼ ਮੰਗੀ ਜਾਂਦੀ ਹੈ। ਕੋਈ ਇਸ ਗੱਲ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦਾ ਸੀ। ਆਖਣ ਜ਼ੋਰ, ਚੁੱਪੈ ਨੇ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਅਤੇ ਕੋਈ ਦਾਨ ਕਰਨ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉੱਤਮ ਮੰਨਦਾ ਸੀ। ਮੇਰੇ ਵਰਗਾ ਉੱਤਮ ਕੋਈ ਨਹੀਂ। ਉਹ ਵੱਖਰੀ ਗੱਲ ਸੀ ਦਾਨ ਉਹਨੇ ਕਿੱਦਾਂ ਕੀਤਾ। ਵੈਸੇ ਦਾਨ ਸ਼ਬਦ ਸਾਡਾ ਨਹੀਂ ਸੀ, ਪਰ ਇਹ ਸ਼ਬਦ ਵਰਤਿਆ ਵੀ ਕੋਈ ਦੇਣ 'ਤੇ, ਦਾਨੀ ਖਵਾਉਣ 'ਤੇ। ਬੜੇ ਲੋਕ ਦੁਨੀਆ 'ਤੇ ਦਾਨੀ ਵੀ ਆਏ ਇੱਦਾਂ ਦੇ, ਜਿਹੜੇ ਇੱਧਰੋਂ ਲੁੱਟਦੇ ਵੀ ਸੀ, ਦੂਜੇ ਬੰਨੇ ਦਾਨ ਕਰਨ ਦਾ ਵਿਖਾਵਾ ਵੀ ਕਰਦੇ ਸੀ। ਉਹ ਇੱਥੇ ਸਿਰਫ ਗੱਲ ਉਹਨਾਂ ਦੀ ਹੋ ਰਹੀ। ਵੈਸੇ ਕਿਸੇ ਦੀ ਹੈਲਪ ਕਰਨੀ ਮਾੜੀ ਚੀਜ਼ ਨਹੀਂ ਹੈ। ਇਸ ਚੀਜ਼ ਦੇ ਅਰਥ ਦੂਜੇ ਬੰਨੇ ਨਾ ਲੈ ਜਾਣਾ। ਬੜੇ ਲੋਕ ਨੇ ਜਿਹੜੇ ਥੋੜ੍ਹੇ 'ਚੋਂ ਥੋੜ੍ਹਾ ਕੱਢ ਕੇ ਵੀ ਕਿਸੇ ਆਪਣੇ ਦੋਸਤ ਮਿੱਤਰ ਭੈਣ ਭਰਾ ਦੀ, ਆਪਣੇ ਸਾਕ ਸੰਬੰਧੀ ਦੀ, ਆਪਣੇ ਸਮਾਜ ਵਿੱਚ ਕਿਸੇ ਲੋੜਵੰਦ ਦੀ ਹੈਲਪ ਕਰਦੇ ਨੇ। ਸਿਰ ਝੁਕਦਾ ਉਹਨਾਂ ਗਾੜੀ। ਪਰ ਇੱਥੇ ਗੱਲ ਸਿਰਫ ਉਹਨਾਂ ਦੀ ਹੋ ਰਹੀ ਹੈ ਜਿਹੜੇ ਇੱਕ ਕਰਮ 'ਤੇ ਜ਼ੋਰ ਦੇ ਕੇ ਲੋਕਾਂ 'ਤੇ ਪ੍ਰਭਾਵ ਬਣਾਈ ਰੱਖਣਾ ਚਾਹੁੰਦੇ ਸੀ। ਸਾਡੇ ਵਰਗਾ ਉੱਤਮ ਕੋਈ ਨਹੀਂ ਹੈ। ਜੇ ਉੱਤਮ ਨਾ ਮੰਨਦੇ, ਲੋਕਾਂ ਨਾਲੋਂ ਵੱਖਰਾ ਬਾਣਾ ਕਿਉਂ ਪਾਉਂਦੇ? ਚਲੋ ਪ੍ਰਚਾਰ ਵੇਲੇ ਤੇ ਮੰਨਿਆ ਆਪਾਂ ਵੀ ਉਹ ਵਰਦੀ ਪਾ ਲਓ, ਜਦੋਂ ਲੋੜ ਹੈ ਲੋਕਾਂ 'ਚ ਗੱਲ ਕਰਨ ਦੀ। ਅੱਗੋਂ ਪਿੱਛੋਂ ਤੁਰੇ ਫਿਰਦੇ ਹਾਂ, ਰੋਟੀ ਖਾਂਦਿਆਂ ਵੀ ਉਹੋ ਜਿਹਾ ਬਾਣਾ, ਰੋਟੀ ਖਾਂਦਿਆਂ ਵੀ ਗਲ 'ਚ ਹਜੂਰੀਆ, ਰੋਟੀ ਖਾਂਦਿਆਂ ਵੀ ਚੋਲਾ। ਹੁਣ ਕੀ ਮਤਲਬ ਹੈ? ਤਾਂ ਕਿ ਪਤਾ ਲੱਗੇ ਬਾਬਾ ਜੀ ਜਦੋਂ ਰੋਟੀ ਖਾਂਦੇ ਆ ਉਦੋਂ ਵੀ ਰੱਬ ਨਾਲ ਇੱਕਮਿਕ ਹੋਏ ਹੁੰਦੇ ਨੇ। ਕਹਿਣਾ ਬੜਾ ਸੌਖਾ ਹੈ। ਸਮਾਜ ਵਰਗੀ ਆਮ ਵਰਦੀ ਪਾ ਕੇ ਵੇਖੋ, ਪਤਾ ਫੇਰ ਲੱਗਦਾ ਹੈ। ਮੈਂ ਕਈ ਵਾਰੀ ਸਟੇਜ 'ਤੇ ਗੱਲਾਂ ਬੋਲੀਆਂ ਨੇ। SHO ਥਾਣੇ ਜਾਂਦਾ ਨਾ, ਉਦੋਂ ਵਰਦੀ ਪਾਉਂਦਾ ਉਹ। ਜਦੋਂ ਵਿਆਹ ਸ਼ਾਦੀ ਜਾਂਦਾ ਸਿਵਲ ਕੱਪੜੇ ਪਾਏ ਹੁੰਦੇ ਨੇ। ਇੱਥੇ ਬਾਬਾ ਜੀ ਵਿਆਹ ਜਾਣ ਤਾਂ ਵੀ SHO, ਰੋਟੀ ਖਾਣ ਤਾਂ ਵੀ SHO, ਲੰਮੇ ਪੈਣ ਤਾਂ ਵੀ SHO। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਯਾਦ ਰੱਖਣਾ ਜਿਹੜੀ ਗੱਲ ਮੈਂ ਫਿਰ ਦੁਬਾਰਾ ਇਹਨੂੰ ਪਤਾ ਹੈ ਵੀ ਜਦੋਂ ਮੈਂ ਇਹਨਾਂ ਵਰਗੇ ਕੱਪੜੇ ਪਾ ਲਏ ਫਿਰ ਇੱਦਾਂ ਆਸ਼ੀਰਵਾਦ ਥੋੜ੍ਹਾ ਕਿਸੇ ਨੇ ਲੈਣ ਆਉਣਾ। ਫਿਰ ਇੱਦਾਂ ਹੱਥ ਥੋੜ੍ਹਾ ਕਿਸੇ ਨੇ ਰਖਾਉਣ ਆਉਣਾ। ਫਿਰ ਇੱਦਾਂ ਥੋੜ੍ਹਾ ਕਿਸੇ ਨੇ ਵੇਟ ਕਰਨੀ ਹੈ। ਬਾਬਾ ਜੀ ਕੋਲੋਂ ਬਚਨ ਕਰਾਉਣ ਆਏ ਆ ਜੀ। ਪੁੱਤਰ ਹੋਇਆ ਸੀ, ਬਾਬਾ ਜੀ ਕੋਲੋਂ ਹੱਥ ਫਰਾ ਲਈਏ, ਉੱਤੇ ਸਿਰ 'ਤੇ ਹੱਥ ਰਖਾ ਲਈਏ ਬਾਬਾ ਜੀ ਕੋਲੋਂ। ਮਹਾਂਪੁਰਖ ਬੜੇ ਪੁੱਗੇ ਹੋਏ ਨੇ ਜੀ, ਬਾਬਾ ਜੀ ਬੜੇ ਪਹੁੰਚੇ ਹੋਏ ਨੇ ਜੀ। ਚਲੋ ਕਥਾ ਕਰਨ ਲੱਗਿਆ ਤੇ ਮੰਨਿਆ ਵੀ ਗੱਲ 'ਚ ਇੱਦਾਂ ਪਾਉਣਾ ਵੀ ਇੱਦਾਂ ਮੂੰਹ ਸਾਫ਼ ਕਰ ਲਈਦਾ। ਇਹ ਆਮ ਗੱਲਾਂ ਕਰ ਲੱਗੇ ਆ, ਆਮ ਵਿਚਰ ਲੱਗੇ ਆ। ਇਹਦੀ ਕੀ ਲੋੜ ਹੈ ਭਲਾ? ਤਾਂ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਦੁਨੀਆ ਨਾਲੋਂ ਵੱਖਰਾ ਹਾਂ, ਮੈਂ ਤੁਹਾਡੇ ਵਰਗਾ ਨਹੀਂ ਹਾਂ, ਮੈਂ ਉੱਤਮ ਹਾਂ। ਪਾਤਸ਼ਾਹ ਜੀ ਬੜੀ ਪਿਆਰੀ ਗੱਲ ਕਰਦੇ ਨੇ। ਇਹ ਤੇ ਐ ਪ੍ਰਗਾੜ ਖੋਲ੍ਹੇ ਪਏ ਨੇ ਗੁਰਦੇਵ ਨੇ। ਜਪਜੀ ਸਾਹਿਬ ਨੂੰ ਟਿਕਾ ਕੇ ਪੜ੍ਹ ਲਓ, ਗੱਲ ਸਮਝ ਆ ਜਾਏਗੀ ਪਾਤਸ਼ਾਹ ਕਹਿੰਦੇ ਕੀ ਨੇ। ਮੈਂ ਤਾਂ ਕਈ ਵਾਰੀ ਸਟੇਜ 'ਤੇ ਬੋਲਿਆ, ਗੁਰੂ ਸਾਹਿਬ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ, ਸੱਚ ਦੀ ਵਿਚਾਰ ਦਿੱਤੀ ਤਾਂ ਕਿ ਪਤਾ ਲੱਗ ਸਕੇ ਗੁਰਮਤ ਕੀ ਹੈ, ਕਿਵੇਂ ਅਸੀਂ ਜ਼ਿੰਦਗੀ ਨੂੰ ਜਿਉਣਾ ਹੈ। ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਨੇ। ਆਖਣ ਜ਼ੋਰ, ਚੁੱਪੇ ਨੇ ਜ਼ੋਰ। ਕੋਈ ਆਖਣ 'ਤੇ ਜ਼ੋਰ ਦੇ ਕੇ ਇਹ ਪੌੜੀਆਂ ਚੜ੍ਹਨ ਦਾ ਦਾਅਵਾ ਕਰਦਾ ਸ਼ਾਇਦ ਮੈਂ ਇੱਕਮਿਕ ਹੋ ਸਕਾਂ। ਕੋਈ ਚੁੱਪ ਰਹਿਣ 'ਤੇ ਜ਼ੋਰ ਦੇ ਰਿਹਾ ਸੀ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਕੋਈ ਮੰਗਣ 'ਤੇ ਵੀ ਸਾਡੇ ਬਾਬਾ ਜੀ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਜੋ ਮੰਗੀ ਉਹ ਮਿਲ ਜਾਂਦਾ ਹੈ। ਇੱਦਾਂ ਦੇ ਬੰਦੇ ਵੀ ਹੈਗੇ ਨੇ ਜਿਹੜੇ ਕਹਿੰਦੇ ਭਾਈ ਜੋ ਮੰਗੀਏ ਮਿਲ ਜਾਂਦਾ, ਜੋ ਮੰਗੀਏ। ਕਿਸੇ ਨੇ ਦੇਣ 'ਤੇ ਜ਼ੋਰ ਵੀ, ਇਹਦੇ ਵਰਗਾ ਦਾਨੀ ਕੋਈ ਨਹੀਂ, ਪਰਉਪਕਾਰੀ ਕੋਈ ਨਹੀਂ। ਤਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਆਖਣ ਜ਼ੋਰ, ਚੁੱਪੇ ਨੇ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਬਖਸ਼ਿਸ਼ ਭਰਿਆ ਬਚਨ ਕਰਦੇ ਨੇ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਜੀਵਨ ਕਿਹੜਾ ਜੀਵਨ? ਇੱਥੇ ਜਿਹੜਾ ਮੈਂ ਜੀਵਨ ਜਿਉ ਰਿਹਾ ਨਾ ਧਰਮੀ, ਉਹ ਇਸ ਗੱਲ 'ਤੇ ਜ਼ੋਰ ਦੇ ਰਿਹਾ ਸੀ। ਜਿਹੜਾ ਮੈਂ ਧਰਮੀ ਜੀਵਨ ਜਿਉ ਰਿਹਾ, ਜਿੱਦਾਂ ਮੈਨੂੰ ਜਪ ਤਪ ਆਉਂਦੇ, ਜਿੱਦਾਂ ਮੈਂ ਮੰਤਰ ਸੰਤਰਾਂ ਨੂੰ ਪ੍ਰਾਪਤ ਕਰਕੇ ਉਹਦੇ ਨਾਲ ਇੱਕਮਿਕਤਾ ਹਾਸਲ ਕੀਤੀ। ਜਿਹੜਾ ਮੇਰੇ ਤਾਂ ਆਖਿਆ ਸੀ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਬੈਠੀਆਂ ਸੀ, ਸੰਸਾਰੀ ਵੱਖਰਾ, ਭਗਤ ਵੱਖਰਾ। ਇੱਥੇ ਗੱਲ ਸੀ ਵੀ ਜਿਹੜਾ ਨਿਰੰਕਾਰ ਦੀ ਸੋਚ ਲੈ ਕੇ ਜ਼ਿੰਦਗੀ ਜੂਝ ਰਿਹਾ ਹੈ, ਉਹਦੇ ਨਾਲ ਵਕਾਰੀ ਬਿਰਤੀ ਵਾਲੇ ਦਾ ਜੋੜ ਕਦੀ ਨਹੀਂ ਆਉਣਾ। ਪਰ ਇੱਥੇ ਲੋਕਾਂ ਨੇ ਆਪਣੇ ਆਪ ਨੂੰ ਉਹ ਭਗਤ ਨਾ ਬਣ ਪਾਏ
पर बाणा पा के भगत बनने का नाटक किया भी साडे वर्गा कोई भगत नहीं है। फिर गल नूं समझिओ, जो बाणी बाणे की भी व्याख्या की है ना, वो भी समझण की लोड़ सी। बाणी का अर्थ है बोली, बाणी ते बाणा, ते बाणे का अर्थ है जो बोलिया उन्होंने करैक्टर च किरदार च लैके आ, ये बाणा है। आप बंदा बाणी बाणे का पूरा होना चाहिए। जे आप बाणे का अर्थ यो लवांगे भी इदा चोड़ा पाउणा, इदा चिट्टे कपड़े पाने, इहो ही बाणा है, तो फिर तो ध्यान ना सुनियो इस गल नूं। फिर जो फौज वीर नौकरी करते हो तो बाणा बेचारे पा ही नहीं सकते। पुलिस जॉब करने वाले, डॉक्टर, वकील, जज, बस ड्राइवर, ट्रक ड्राइवर, खेतों च काम करने वाले, वो तो बाणे नूं पा ही नहीं सकते 24 घंटे। जे आप बाणे के अर्थ यो कहा बंदा बाणे का, आखो जी बाणा सिंह ने किड्डा वधिया पाया, बाणे का अर्थ कल्ला इहो थोड़ा है। बाणा तो पाया होवे भावें तू कच्छा बनैनी क्यों ना पाया होवे, तेरा किरदार होवे भावें तू पैंट कमीज ही क्यों ना पाई होवे, सिर नहीं झुकदा भी किड्डा वधिया पाई इन्हें किरदार निभाया बंदे ने। तो फिर गल समझिओ, कुछ गल्लां दे अर्थ तोड़ मोड़ के पेश किए गए। ठीक है, सिख ने ककार पाने ने, अपने गुरबाणी गुरु की पढ़नी है, समझनी है, विचारनी है, ये विषय अलग है। पर बाणे का अर्थ है जो बोलिया, बाणे का अर्थ है इनू अपने कर्मां च लैके आ, आदतां विच जो बोलिया उन्होंने लैके आ, जिन्हों मन बचन ते कर्म कहते हैं। जोर ना जीवन मरण न जोर, किसी ने मरण ते जोर दिता, किसी ने अपने अखौती जून ते जोर दिता भी आ जिहड़ा मैं जीवन जी रहा, आम लोगों का थोड़ा जीवन है, आम लोग मेरा मुकाबला कितों कर लेंगे। मरण ना जोर, किसी ने मरण ते जोर दिता, किद्दां किहड़े मरण ते, बनारसी तप करे उल्ट, तीर्थ मरे, तीर्थां ते मर जाना। बनारस उत्थे खूह दे विच आरा लगा सी, लोग आरे दे उत्ते इदां दे के अपना शरीर दे 2 टोटे करवा लेंदे सी, उन्होंने इस गल ते जोर दिता। बड़े बड़े बाबे उदां किसी दी कोई धी भैन वाल माड़ी निगाह ना वेखे अगले अखां कड्ढण तक जांदे आ। धर्म के नां ते लोग इस्त्रियां भी दान कर दिंदे सी, अस दान, गज दान, सेजा नारी भूम दान, अपनी औरत नूं सेज ते बिठा के भी दान कीती जांदी रही, ये भी दान कीती जांदी रही, ये भी पखंड चलदा रहा। आखण जोर चुपै ने जोर, जोर ना जीवन मरण ना जोर, जोर ना राज माल मन सोर, जोर ना आखण, किड्डे प्यारे शब्द वरते, आखण जोर चुपै ना जोर, जोर ना मंगण देण ना जोर, जोर ना जीवन, किसी ने अखौती जीवन के उत्ते जोर दिता भी आ वेखो जिहड़ा मैं जीवन जी रहा ना, आम बंदे कोल नहीं है। मरण ना जोर, किसी ने मरण ते जोर दिता, वेखो जी मैं धर्म के नां ते मर रहा, मैं तो आ वेखो आ रहा पंथ 2 फाड़ करवा रहा। इस गल ते जोर दे के उस प्रभुपति दियां पौड़ियां चढ़न का दावा पिया करता सी। पातशाह कहंदे ने जोर ना राज माल मन शोर, किसी के मन में राज माल का शोर सी, वो इस शोर के बलबूते ते सचियारा होने की कोशिश कर रहा सी। वेखो जो राज माल का शोर सी ना, अंदर शोर अंदर हुंदा, कई बारी बाहर ते बाद विच आउंदा, शोर पहला अंदर पैंदा। लड़ाई घर के विहड़े च बाद च पैंदी, पहला लड़ाई इत्थे शुरू हुंदी है। तुसीं वेखिआ ना आम परिवारां च भी कई बारी राज माल की गल कर लो, वो गल शोर अंदर है। तां ही तो पातशाह ने आखिया सी बाहरों तेरे चुप करन दा की फायदा जे अंदर शोर पिया ते बाहरों तेरियां समाधियां लाइयां दा की अर्थ रह गया। जोर ना राज माल मन शोर, कहते राज माल दे उत्ते जोर दे के इहदा जिहड़ा अंदर शोर पिया, इस शोर दे जोर सदका तू पौड़ियां नहीं चढ़ सकता। क्योंकि जिहड़ी गल उत्थे सी ना, भुखियां भुख न उतरी जे बन्ना पुरियां पर, किसी नूं इह लगा भी इस करके रब दे रस्ते ते नहीं तुरिया जा रहा, अजे मन भखू भखू करदा। उन्हें कहा सारी दुनिया के पदार्थ दे के इहनूं तृप्त कर लो एक बारी। जिवें कोई बंदा रोटी अद्धी खाधी होवे ते काम वाल बन्ने ध्यान ना देवे, आपां नहीं कहंदे इहनूं चंगी तरह रजा लो ताकि मुड़ के रोटी वाल वेखे ना, काम वाले बन्ने ध्यान देवे। इदां धर्म की दुनिया च भी होया भी बंदा भखू भखू करदा, एक बारी पदार्थ पूरे दे के वेख लो। हाँ, पातशाह ने क्लीयर कहता, कहते भुखियां भुख न उतरी जे बन्ना पुरियां भार। भी ये किदां होएगा भी बंदे दी तृष्णा राजू, सवाल नहीं पैदा होंदा। इत्थे निके जे चुल्हे विच तुसीं सारी दुनिया की बनस्पति इदां सका के इदां डाही जाओ, तुसीं कहोगे चुल्हे च आवाज़ आ जाएगी, ये आवाज़ कदी नहीं होनी। सहस खटे लाखो उठता वै, तृप्त ना आवे माया पाछे पावे। इत्थे ते लालसा वधदी जानी है गां गां। क्लीयर कहता गुरु साहब जी ने, विचार क्लीयर देते महाराज ने भी जिंदगी जीने का तरीका की है। एक बेनती होर कर देवां, पातशाह ने ते उन्हां गल्लां ते जोर दिता जिहड़े बलबूते ते लोग धर्मी होने का दावा करदे सी। आ वेखो
ਇੱਥੇ ਰਾਜ ਮਾਲ ਮਨ ਸ਼ੋਰ, ਕਹਿੰਦੇ ਇਸ ਸ਼ੋਰ ਸਦਕਾ, ਇਹਦੇ ਉੱਤੇ ਜ਼ੋਰ ਦੇ ਕੇ ਤੁਸੀਂ ਕਹਿੰਦੇ ਸੱਚ ਦੀ ਪੌੜੀ ਨਹੀਂ ਚੜ੍ਹ ਸਕਦੇ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਤੇ ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਕਿੰਨੇ ਪਿਆਰੇ ਸ਼ਬਦ ਵਰਤੇ ਇੱਥੇ, ਕਿੰਨੇ ਪਿਆਰੀਆਂ ਵਿਚਾਰਾਂ ਦਿੱਤੀਆਂ। ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਕਹਿੰਦੇ ਕੋਈ ਅਖੌਤੀ ਗਿਆਨ ਦੀਆਂ ਵਿਚਾਰਾਂ ਸਦਕਾ ਆਪਣੀ ਸੁਰਤ ਜਗਾਉਣ 'ਤੇ ਜ਼ੋਰ ਦੇ ਰਿਹਾ ਸੀ। ਅਖੌਤੀ ਥੋਥੀਆਂ ਗਿਆਨ ਦੀਆਂ ਵਿਚਾਰਾਂ ਸਦਕਾ ਆਪਣੀ ਸੁਰਤ ਚੁਕਾਉਣ ਦਾ ਦਾਅਵਾ ਕਰਦਾ ਸੀ। ਥੋਥੀਆਂ ਗਿਆਨ ਦੀਆਂ ਵਿਚਾਰਾਂ ਸਦਕਾ। ਗਿਆਨ ਤਾਂ ਕਈ ਕਿਸਮ ਦਾ ਹੁੰਦਾ, ਮੈਂ ਕਈ ਵਾਰੀ ਉਦਾਹਰਨਾਂ ਦਿੱਤੀਆਂ ਵੀ ਗਿਆਨ ਤਾਂ ਕਈ ਕਿਸਮ ਦਾ ਹੁੰਦਾ। ਡਾਕਟਰ ਤਾਂ ਉਸੇ ਗਿਆਨ ਨਾਲ ਹੀ ਕਿਡਨੀ ਗੁਰਦਾ ਕੱਢ ਕੇ ਵੇਚਦਾ ਹੈ ਨਾ। ਹੁਣ ਉਸ ਗਿਆਨ ਨੂੰ ਤੁਸੀਂ ਸਲੂਟ ਥੋੜ੍ਹਾ ਕਰੋਗੇ, ਉਸ ਗਿਆਨ ਦੇ ਤੇ ਲਾਹਣਤਾਂ ਪਾਓਗੇ। ਉਹੋ ਹੀ ਗਿਆਨ ਪਰਉਪਕਾਰੀ ਹੈ ਜਿਸ ਗਿਆਨ ਦੀਆਂ ਜੜ੍ਹਾਂ ਧਰਮ ਨਾਲ ਜੁੜੀਆਂ, ਸੱਚ ਨਾਲ ਜੁੜੀਆਂ। ਨਹੀਂ ਤੇ ਪਾਤਸ਼ਾਹ ਨੂੰ ਕਹਿਣਾ ਪਿਆ ਸੀ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਕਿਸੇ ਨੇ ਥੋਥੀਆਂ ਗਿਆਨ ਦੀਆਂ ਵਿਚਾਰਾਂ ਦੇ ਉੱਤੇ ਜ਼ੋਰ ਦੇ ਕੇ ਸੁਰਤ ਨੂੰ ਜਗਾਉਣ ਦਾ ਦਾਅਵਾ ਕੀਤਾ। ਜੋਗੀਆਂ ਨੂੰ ਕਿਤੇ ਘੱਟ ਗਿਆਨ ਸੀ, ਸਿੱਧਾਂ ਨੂੰ ਕਿਤੇ ਗਿਆਨ ਘੱਟ ਥੋੜ੍ਹਾ ਸੀ। ਤਾਂ ਹੀ ਉਹ ਗੋਸ਼ਟੀ ਕੀਤੀ ਉਹਨਾਂ ਨੇ। ਮਹਾਰਾਜ ਆਮ ਬੰਦੇ, ਜੇ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਗੋਸ਼ਟੀ ਕੀਤੀ ਤਾਂ ਮਤਲਬ ਦਲੀਲਾਂ ਹੈਗੀਆਂ ਸੀ ਨਾ ਉਹਨਾਂ ਕੋਲ। ਵਿਚਾਰ ਚਰਚਾ ਤੇ ਗੁਰੂ ਸਾਹਿਬ ਦੀ ਕਈਆਂ ਨਾਲ ਹੋਈ ਹੋਏਗੀ, ਬ੍ਰਾਹਮਣਾਂ ਨਾਲ ਹੋਈ, ਕਾਜ਼ੀਆਂ ਦੇ ਨਾਲ ਵੀ ਹੋਈ, ਪਰ ਇੱਕ ਗੁਰੂ ਸਾਹਿਬ ਜੀ ਆਪਣਾ ਪੱਖ ਉਹਨਾਂ ਨੂੰ ਦੱਸਦੇ ਰਹੇ, ਉਹਨਾਂ ਦਾ ਸੁਣਦੇ ਰਹੇ। ਪਰ ਇੱਥੇ ਗੋਸ਼ਟੀ ਹੋਈ ਹੈ ਬਕਾਇਦਾ, ਉਹਨਾਂ ਦੇ ਇਕੱਲੇ ਇਕੱਲੇ ਸਵਾਲ ਦੇ ਉੱਤੇ ਗੁਰਦੇਵ ਨੇ ਵਿਚਾਰਾਂ ਦਿੱਤੀਆਂ ਨੇ। ਸਿੱਧ ਗੋਸ਼ਟ ਗੁਰੂ ਗ੍ਰੰਥ ਸਾਹਿਬ 'ਚ ਇੱਕ ਵੱਖਰੀ ਬਾਣੀ ਹੈ। ਇਹ ਤੋਂ ਪਤਾ ਲੱਗਦਾ ਉਹ ਕਿੰਨੇ ਆਲਾ ਦਰਜੇ ਦੇ ਸੂਝਵਾਨ ਹੋਣਗੇ, ਗਿਆਨਵਾਨ ਹੋਣਗੇ। ਵੱਖਰੀ ਗੱਲ ਹੈ ਉਹਨਾਂ ਦਾ ਗਿਆਨ ਗਲਤ ਟਰੈਕ 'ਤੇ ਚੜ੍ਹਿਆ ਸੀ। ਜਦੋਂ ਉਹਨਾਂ ਨੂੰ ਸਮਝ ਆਈ, ਉਹ ਕਹਿਣ ਲੱਗ ਪਏ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲ ਯੁਗ ਅੰਦਰ ਜੋਤ ਜਗਾਈ। ਸਿਰ ਝੁਕਾਤਾ ਉਹਨਾਂ ਗੁਰੂ ਨਾਨਕ ਸਾਹਿਬ ਜੀ ਦੀ ਉਸ ਵਿਚਾਰ ਦੇ ਅੱਗੇ ਵੀ ਪਾਤਸ਼ਾਹ ਸਲੂਟ ਹੈ। ਜੋ ਅਸੀਂ ਵਿਚਾਰ ਲੈ ਕੇ ਬੈਠੇ ਸੀ ਵੀ ਪਰਿਵਾਰ ਦੇ ਵਿੱਚ ਉਹਦੀ ਪ੍ਰਾਪਤੀ ਨਹੀਂ ਹੋਣੀ, ਪਰਿਵਾਰ ਛੱਡ ਕੇ ਪ੍ਰਾਪਤੀ ਹੋਣੀ ਹੈ, ਤੁਸੀਂ ਸਾਨੂੰ ਸਿਖਾ ਦਿੱਤਾ ਹੈ, ਤੁਸੀਂ ਸਾਨੂੰ ਸਮਝਾ ਦਿੱਤਾ ਹੈ ਵੀ ਅੰਜਨ ਮਾਹੇ ਨਿਰੰਜਨ ਰਹੀਏ, ਵਾਜੇ ਬਾਜੋ ਸਿੰਘੀ ਵਾਜੇ ਤਉ ਨਿਰਭਉ ਪਦ ਪਾਈਏ। ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋ ਕਮਾਈਏ। ਜੀਵਤਿਆਂ ਮਰ ਰਹੀ ਹੈ, ਜਿਉਂਦੇ ਜੀ ਵਕਾਰਾਂ ਵੱਲੋਂ ਮਰੇ ਰਹਿਣਾ, ਇਹ ਅਸਲੀ ਯੋਗ, ਇਹ ਅਸਲੀ ਯੋਗ। ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋ ਕਮਾਈਐ, ਵਾਜੇ ਬਾਜੋਂ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ। ਸਿਰ ਝੁਕਦਾ ਮਹਾਰਾਜ ਤੁਹਾਡੇ ਚਰਨਾਂ 'ਚ। ਯੋਗੀ ਲੋਕਾਂ ਨੇ ਕਹਿਤਾ ਕਿ ਤੁਹਾਡੀਆਂ ਵਿਚਾਰਾਂ ਬਾਕਮਾਲ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ, ਥੋਥੀਆਂ ਗਿਆਨ ਦੀਆਂ ਵਿਚਾਰਾਂ ਸਦਕੇ ਸੁਰਤ ਜਗਾਉਣ ਦਾ ਦਾਅਵਾ ਕਰਦੇ ਰਹੇ। ਉਹ ਜਾਗਣੀ ਤੇ ਕੀ ਸੀ, ਉਹ ਵਿਗੜਦੀ ਗਈ। ਇਸ ਗੱਲ 'ਤੇ ਜ਼ੋਰ ਦਿੱਤਾ। ਪਾਤਸ਼ਾਹ ਨੇ ਫਿਰ ਕਿਹਾ ਦਿੱਤਾ, ਕਹਿੰਦੇ ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਇਹਨਾਂ ਜੁਗਤੀਆਂ ਦੇ ਨਾਲ ਤੁਸੀਂ ਵਿਸ਼ਿਆਂ ਵਕਾਰਾਂ ਵਾਲੀ ਪਕੜ 'ਚੋਂ ਆਪਣੇ ਆਪ ਨੂੰ ਨਹੀਂ ਛੁਡਾ ਸਕਦੇ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਇਹਨਾਂ ਜੁਗਤੀਆਂ ਉੱਤੇ ਜ਼ੋਰ ਦਿਓਗੇ, ਤੁਸੀਂ ਵਿਸ਼ਿਆਂ ਵਕਾਰਾਂ ਵਾਲੀ ਪਕੜ 'ਚੋਂ ਆਪਣੇ ਆਪ ਨੂੰ ਨਹੀਂ ਛੁਡਾ ਸਕਦੇ। ਜਿਹੜਾ ਮਨ ਵਿਸ਼ਿਆਂ ਵਕਾਰਾਂ ਵਿੱਚ ਫਸਿਆ ਪਿਆ ਹੈ, ਤਾਂ ਗੁਰਦੇਵ ਨੂੰ ਕਹਿਣਾ ਪਿਆ ਸੀ ਨਾ, ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਕਹਿਣ ਲੱਗੇ ਜਿਸ ਹੱਥ ਜ਼ੋਰ, ਹਾਂ ਇੱਥੇ ਆ ਜਾਓ, ਜਿਸ ਹੱਥ ਜ਼ੋਰ, ਜਿਹੜਾ ਸਭ ਤਾਕਤਾਂ ਦਾ ਮਾਲਕ ਹੈ, ਕਰ ਵੇਖਿਆ ਸੋਏ, ਸਭ ਕੁਝ ਪਾਲ ਕੇ ਆਪਣੀ ਨਿਗਰਾਨੀ 'ਚ ਰੱਖ ਰਿਹਾ। ਨਾਨਕ ਉਤਮ ਨੀਚ ਨਾ ਕੋਈ। ਤੁਸੀਂ ਇਹਨਾਂ ਗੱਲਾਂ 'ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਉਤਮ ਕਹਿੰਦੇ ਜੇ, ਉਹਦੀ ਭੈ ਭਾਵਨੀ 'ਚ ਰਹਿ ਕੇ ਸਚਿਆਰਾ ਜੀਵਨ ਜੀਊ ਕੇ ਵੇਖੋ, ਫਿਰ ਤੁਹਾਡੇ ਕਰਮਾਂ ਨੇ ਤੁਹਾਨੂੰ ਉਤਮ ਅਤੇ ਨੀਚ ਬਣਾਉਣਾ ਹੈ। ਆਹ ਕਰਮ ਕਾਂਡਾਂ ਦੇ ਸਿਰ 'ਤੇ ਉਤਮ ਨੀਚ ਨਹੀਂ ਕਹਿ ਸਕਦੇ। ਮੈਂ ਉਤਮ ਹਾਂ, ਤੂੰ ਨੀਚ ਹੈ, ਤੂੰ ਆਹ ਕਰਮ ਨਹੀਂ ਨਿਭਾ ਰਿਹਾ, ਤੂੰ ਨੀਚ ਹੈ, ਮੈਂ ਆਹ ਕਰਮ ਨਿਭਾ ਰਿਹਾ, ਮੈਂ ਤੇਰੇ ਤੋਂ ਉਤਮ ਹਾਂ। ਇਹ ਤਾਂ ਤੇ ਬਾਬੇ ਕਬੀਰ ਵਰਗੇ ਯੋਧਿਆਂ ਨੂੰ ਵੀ ਕਿਹਾ ਅਗਲਿਆਂ ਨੇ। ਜਦੋਂ ਭਗਤ ਕਬੀਰ ਨੇ ਕਿਹਾ ਮਾਥੇ ਤਿਲਕ ਹੱਥ ਮਾਲਾ ਬਾਨਾ, ਮੱਥੇ 'ਤੇ ਤਿਲਕ ਹੱਥ ਵਿੱਚ ਮਾਲਾ, ਬਾਨਾ ਮੀਨਿੰਗ ਵਰਦੀ, ਪਹਿਰਾਵਾ। ਕਈਆਂ ਨੇ ਵਰਦੀਆਂ 'ਤੇ ਜ਼ੋਰ ਦਿੱਤਾ, ਪਹਿਰਾਵਿਆਂ 'ਤੇ ਜ਼ੋਰ ਦਿੱਤਾ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ। ਕਿਸੇ ਨੇ ਮਾਲਾ 'ਤੇ ਜ਼ੋਰ ਦਿੱਤਾ ਵੀ ਆਹ ਤਰ੍ਹਾਂ ਤਰ੍ਹਾਂ ਦੀਆਂ ਮਾਲਾ ਪਹਿਨੀਆਂ ਵਾ, ਮੈਂ ਇੱਦਾਂ ਸਿਮਰਨ ਕਰਦਾ। ਇਹ 'ਤੇ ਜ਼ੋਰ ਦੇ ਕੇ ਲੋਕਾਂ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਰਹੀ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਸਮਝ ਲਿਆ। ਜਿਵੇਂ ਬੱਚਾ ਨਹੀਂ ਖਿਡੌਣੇ ਨਾਲ ਖੇਡਦਾ, ਕਈ ਵਾਰੀ ਖੇਡਦਿਆਂ ਖੇਡਦਿਆਂ ਸੋਫੇ ਥੱਲੇ ਜਾ ਡਿੱਗਦਾ, ਹਫ਼ਤਾ ਵੀ ਲੰਘ ਜਾਂਦਾ, ਜਦੋਂ ਫਿਰ ਝਾੜੂ ਪੋਚਾ ਲਾਉਂਦਿਆਂ ਉਹ ਖਿਡੌਣਾ ਬਾਹਰ ਕੱਢੀਦਾ, ਫਿਰ ਖਿਡੌਣੇ ਨਾਲ 10 ਮਿੰਟ ਖੇਡ ਲੈਂਦਾ। ਦੁਨੀਆ ਨੇ ਪਰਮੇਸ਼ਰ ਨੂੰ ਖਿਡੌਣਾ ਸਮਝਿਆ ਵੀ ਖੇਡ ਲਓ ਇਹਦੇ ਨਾਲ, ਹਫ਼ਤਾ ਖੇਡ ਲਓ, 40 ਦਿਨ ਖੇਡ ਲਓ, 40 ਦਿਨ ਪਾਠ ਕਰ ਲਓ, ਮੁੜ ਕੇ ਫਿਰ ਆਖੋ ਜਦੋਂ ਪੁੱਤ ਹੋ ਗਿਆ ਫੇਰ ਕੀ ਲੋੜ ਹੈ ਖੇਡਣ ਦੀ। ਨੌਕਰੀ ਵਾਸਤੇ ਖੇਡਣਾ ਆਪਾਂ, ਨੌਕਰੀ ਵਾਸਤੇ ਪਾਠ ਕਰਨਾ, ਜਦੋਂ ਨੌਕਰੀ ਮਿਲ ਗਈ ਫੇਰ ਕੀ ਲੋੜ ਆਪਾਂ ਨੂੰ ਇਹਦੀ। ਖੇਡਦੇ ਨੇ ਕਈ ਖੇਡਣ ਵਾਸਤੇ ਪਾਠ ਰਖਾ ਲੈਂਦੇ ਨੇ ਵੀ ਖੇਡ ਲਓ, ਅਰਦਾਸ ਕਰ ਲਓ, ਮੁੜ ਕੇ ਗੱਲ ਨਿਬੜ ਗਈ।
ਮਾਥੇ ਤਿਲਕ ਹੱਥ ਮਾਲਾ ਬਾਨਾ, ਮੱਥੇ ਤੇ ਤਿਲਕ ਤੇ ਕਿਸੇ ਨੇ ਜ਼ੋਰ ਦਿੱਤਾ, ਹੱਥ ਤੇ ਮਾਲਾ ਸਿਮਰਨੇ ਪਾਉਣ ਤੇ ਜ਼ੋਰ ਦਿੱਤਾ, ਹੱਥ ਵਿੱਚ ਮਾਲਾ, ਕਿਸੇ ਨੇ ਵਰਦੀਆਂ ਤੇ ਜ਼ੋਰ ਦਿੱਤਾ ਵੀ ਆ ਤਰ੍ਹਾਂ ਤਰ੍ਹਾਂ ਦੀਆਂ ਵਰਦੀਆਂ, ਤਰ੍ਹਾਂ ਤਰ੍ਹਾਂ ਦੇ ਬਾਣੇ, ਰੰਗ ਬਰੰਗੇ, ਲੋਕਾਂ ਤੇ ਪ੍ਰਭਾਵ ਪੈ ਸਕੇ। ਬਾਬਾ ਜੀ ਬੜੇ ਪਹੁੰਚੇ ਹੋਏ ਨੇ, ਬਾਬਾ ਜੀ ਇੱਕਮਿਕ ਹੋਏ ਪਏ ਨੇ। ਪਾਤਸ਼ਾਹ ਨੇ ਕਲੀਅਰ ਕਹਿ ਦਿੱਤਾ, ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਕਹਿੰਦੇ ਜੋ ਹਾਂ ਬੋਰਾ ਤੋ ਰਾਮ ਤੋਰਾ। ਬਾਬਾ ਜੀ ਇਹ ਮੈਨੂੰ ਪਾਗਲ ਆਂਦੇ ਆ, ਪਰ ਜੇ ਮੈਂ ਪਾਗਲ ਹਾਂ ਹੈਗਾ ਤਾਂ ਤੇਰੇ, ਕਿਉਂਕਿ ਲੋਕ ਮਰਮ ਕਿਆ ਜਾਣੇ ਮੋਰਾ। ਇਹਨਾਂ ਲੋਕਾਂ ਨੂੰ ਕੀ ਪਤਾ, ਲੋਕ ਮਰਮ ਕਿਆ ਜਾਣੇ ਮੋਰੋ, ਪਤਾ ਕਿਉਂ? ਕਹਿੰਦੇ ਤੋਰੋ ਨਾ ਪਾਤੀ, ਮੈਂ ਪੱਤੇ ਨਹੀਂ ਤੋੜਦਾ ਇਹਨਾਂ ਦੀ ਤਰ੍ਹਾਂ। ਇਹ ਆਂਦੇ ਆ ਪੱਤੇ ਤੋੜ, ਫੁੱਲ ਚੜਾ, ਆਰਤੀਆਂ ਕਰ। ਤੋਰੋ ਨਾ ਪਾਤੀ ਪੂਜਨ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਇਹ ਤੇਰੇ ਥੜੇ ਦੁੱਧ ਨਾ ਧੋਂਦੇ ਆ, ਇਹ ਫੁੱਲ ਪੱਤੀਆਂ ਚੜਾ ਕੇ ਤੈਨੂੰ ਖੁਸ਼ ਕਰਨਾ ਚਾਹੁੰਦੇ ਆ, ਇਹ ਬੱਕਰੇ ਵੱਢ ਕੇ ਤਿਲਕ ਲਾ ਕੇ ਤੈਨੂੰ ਖੁਸ਼ ਕਰਨਾ ਚਾਹੁੰਦੇ ਆ। ਮੈਂ ਇਹ ਕਰਮ ਕਾਂਡ ਕਰਦਾ ਨਹੀਂ। ਤੋਰੋ ਨਾ ਪਾਤੀ ਪੂਜੋ ਨਾ ਦੇਵਾ। ਮੈਨੂੰ ਸਮਝ ਆ ਗਈ ਭਗਤ ਕਬੀਰ ਜੀ ਕਹਿੰਦੇ ਰਾਮ ਭਗਤ ਬਿਨ ਨਿਫਲ ਸੇਵਾ। ਭਗਤ ਕੀ ਹੈ? ਗੁਣ, ਵੀ ਉਹਦੀ ਗੁਣਾਂ ਤੋਂ ਬਿਨਾਂ ਇਬਾਦਤ ਕੀਤੀ ਨਿਫਲ ਹੈ। ਰਾਮ ਭਗਤ ਬਿਨ ਨਿਫਲ ਸੇਵਾ। ਸਤਿਗੁਰ ਪੂਜੋ, ਮੈਂ ਆਪਣੇ ਸਤਿਗੁਰੂ ਨੂੰ ਸਦਾ ਪੂਜਦਾ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ। ਇਸ ਸ਼ਬਦ ਵਿੱਚ ਨਾ ਜਿਹੜਾ ਦਰਗਾਹ ਸ਼ਬਦ ਹੈ ਨਾ, ਇਹ 'ਤੇ ਇੱਕ ਫੁੱਟ ਨੋਟ ਦਿੱਤਾ ਪ੍ਰੋਫੈਸਰ ਸਾਹਿਬ ਸਿੰਘ ਨੇ। ਦਰਗਾਹ ਦਾ ਅਰਥ ਹੈ ਉਹ ਅਵਸਥਾ ਜਿਹੜੀ ਅਸੀਂ ਸੱਚ ਨਾਲ ਜੁੜ ਕੇ ਜਿਉਂਦੇ ਹਾਂ। ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ, ਜਿਹੜੀ ਉਸ ਅਵਸਥਾ ਨੂੰ ਦਰਗਾਹ ਆਖਿਆ ਹੈ। ਉਹ ਇੱਥੇ ਸਾਰੇ ਸ਼ਬਦ ਵਰਤਮਾਨ ਦੀ ਗੱਲ ਹੈ। ਪਾਵੋ, ਮਨਾਵੋ, ਕਰੋ, ਇਹ ਹੁਣ ਦੀ ਗੱਲ ਹੋ ਰਹੀ ਹੈ। ਇਹ ਨਹੀਂ ਵੀ ਇੱਥੇ ਕਰਾਂ ਅਤੇ ਅੱਗੇ ਦਰਗਾਹ 'ਚ ਮੈਨੂੰ ਥਾਂ ਮਿਲੂਗੀ, ਇੱਥੋਂ ਦੀ ਗੱਲ ਹੈ। ਤੁਸੀਂ ਸ਼ਬਦ ਪੜ੍ਹ ਲਓ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਜੋ ਹੋਂ ਬੋਰਾ ਤੋ ਰਾਮ ਤੋਰਾ, ਲੋਗ ਮਰਮ ਕਿਆ ਜਾਣਿਓ ਮੋਰਾ। ਤੋਰੋ ਨਾ ਪਾਤੀ, ਮੈਂ ਤੋੜਦਾ ਨਹੀਂ ਪੱਤੇ। ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਸਤਿਗੁਰ ਪੂਜੋ, ਹੁਣ ਪੂਜ ਰਿਹਾ ਮੈਂ। ਹੁਣ ਤੁਸੀਂ ਪੈਸੇ ਹੁਣ ਦੁਕਾਨ 'ਤੇ ਦਿਓਗੇ, ਸੌਦਾ ਅਗਲੇ ਜਨਮ ਮਿਲੂ ਤੁਹਾਨੂੰ। ਬੱਚਾ ਪੜ੍ਹੇ ਹੁਣ ਤੇ ਡਿਗਰੀ ਅਗਲੇ ਜਨਮ 'ਚ ਮਿਲੇਗੀ। ਤੁਸੀਂ ਕੋਈ ਕੰਮ ਹੁਣ ਕਰੋ ਅਤੇ ਉਹਦਾ ਫਲ ਤੁਹਾਨੂੰ ਅੱਗੇ ਮਿਲੇਗਾ। ਉਹ ਤਾਂ ਇੱਥੇ ਮਿਲਦਾ ਹੈ। ਤੁਸੀਂ ਪੈਟਰੋਲ ਪੰਪ 'ਤੇ ਪੈਸੇ ਹੋਣ ਦਿੰਦੇ, ਤੇਲ ਵੀ ਤਾਂ ਹੁਣੇ ਪਾਉਂਦੇ ਜੇ। ਪਰ ਧਰਮ ਦੀ ਦੁਨੀਆ 'ਚ ਕੀ ਹੋ ਰਿਹਾ? ਭਾਈ ਇੱਥੇ ਸਿਮਰਨ ਕਰ ਲਾ, ਪਾਠ ਕਰ ਲਾ, ਸੇਵਾ ਕਰ ਲਾ, ਅੱਗਾ ਸਵਾਰ ਲਾ, ਆਹ ਭਾਵੇਂ ਵਿਗੜ ਜੇ। ਸਤਿਗੁਰ ਪੂਜੋ, ਵਰਤਮਾਨ ਦੀ ਗੱਲ ਹੈ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਮੈਂ ਉਹਨੂੰ ਸਦਾ ਮਨਾਵਾਂ, ਮੈਂ ਉਹਦੇ ਨਾਲ ਸਾਂਝ ਪਾਵਾਂ। ਐਸੀ ਸੇਵ ਦਰਗਾਹ ਸੁਖ ਪਾਵੋ। ਲੋਕ ਕਹੇ ਕਬੀਰ ਬੋਰਾਨਾ, ਪਰ ਕਬੀਰ ਕਾ ਮਰਮ ਰਾਮ ਪਹਿਚਾਨਾ। ਸਮਝ ਆ ਗਈ? ਕਹਿਣ ਲੱਗੇ ਮੈਨੂੰ ਵੀ ਲੋਕ ਆਂਦੇ ਸੀ ਤੂੰ ਨੀਚ ਹੈ, ਕਿਉਂਕਿ ਤੂੰ ਸਾਡੇ ਵਾਂਗੂ ਕਰਮ ਕਾਂਡ ਨਹੀਂ ਨਿਭਾਉਂਦਾ। ਬਾਬੇ ਕਬੀਰ ਜੀ ਨੇ ਕਹਿ ਦਿੱਤਾ ਕਰਮ ਕਾਂਡਾਂ ਨਿਭਾਉਣ ਨਾਲ ਕੋਈ ਉੱਤਮ ਨਹੀਂ ਬਣਦਾ, ਅਤੇ ਜੇ ਕੋਈ ਨਾ ਨਿਭਾਵੇ ਤਾਂ ਉਹਨੂੰ ਕੋਈ ਨੀਚ ਨਹੀਂ ਕਹਿ ਸਕਦਾ। ਨੀਚ ਅਤੇ ਉੱਤਮ ਬੰਦਾ ਆਪਣੇ ਜੀਵਨ ਕਰਕੇ, ਕਰੈਕਟਰ ਕਰਕੇ, ਕਿਰਦਾਰ ਕਰਕੇ ਹੈ। ਜੇ ਜੀਵਨ ਉੱਚਾ ਹੋਏਗਾ ਉੱਤਮ, ਜੇ ਜੀਵਨ ਮਾੜਾ ਹੋਏਗਾ ਤਾਂ ਨੀਚ। ਪਾਤਸ਼ਾਹ ਨੇ ਕਲੀਅਰ ਕਹਿਤਾ। ਤੋ ਇਹ ਜਿਹੜੀ 33 ਨੰਬਰ ਪੌੜੀ ਹੈ ਸਾਧ ਸੰਗਤ ਜੀ, ਪਾਤਸ਼ਾਹ ਨੇ ਕਹਿਤਾ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਹੇ ਭਾਈ, ਆਪਣੇ ਵੱਲੋਂ ਬਣਾਏ ਹੋਏ ਕਰਮ ਕਾਂਡਾਂ ਦੇ ਉੱਤੇ ਜ਼ੋਰ ਦੇ ਦੇ ਕੇ ਆਪਣੇ ਆਪ ਨੂੰ ਉੱਤਮ ਬਣਾਉਣ ਦਾ ਦਾਅਵਾ ਨਾ ਕਰ, ਅਤੇ ਜਿਹੜਾ ਨਹੀਂ ਨਿਭਾਉਂਦਾ ਉਹਨੂੰ ਨੀਚ ਨਾ ਕਹੇ। ਇਹ ਨੀਚ ਅਤੇ ਉੱਤਮ ਤੇਰਾ ਜੀਵਨ ਹੈ, ਤੇਰਾ ਕਿਰਦਾਰ ਹੈ, ਇਹਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰ। ਪਾਤਸ਼ਾਹ ਜੀ ਨੇ ਤਾਂ ਹੀ ਆਖਿਆ ਨੀਚੇ ਉੱਚ ਕਰੇ ਮੇਰਾ ਗੋਬਿੰਦ। ਉਹ ਕਿਹੜਾ ਨੀਚ ਹੈ ਜਿਹਨੂੰ ਉੱਚਾ ਕੀਤਾ ਸੀ ਗੋਬਿੰਦ ਨੇ? ਕਾਹੂ ਤੇ ਨਾ ਡਰੈ। ਉਹ ਨੀਚ ਸੀ ਕਰਮ ਆਦਤਾਂ, ਨੀਚ ਕਰਮਾਂ ਤੋਂ ਉੱਤਮ ਬਣਾਤਾ। ਜਿਹੜੇ ਵਿਸ਼ਿਆਂ ਵਕਾਰਾਂ ਵਾਲਾ ਜੀਵਨ ਜਿਉਂਦਾ ਸੀ ਬੰਦਾ, ਉਹ ਨੀਚੇ ਉੱਚ ਕਰੇ ਮੇਰਾ ਗੋਬਿੰਦ। ਨੀਚ ਨੂੰ ਉੱਤਮ ਕਰਤਾ। ਨੀਚ ਕਿਹੜਾ ਸੀ? ਜਿਹੜਾ ਵਿਸ਼ਿਆਂ ਵਕਾਰਾਂ ਦਾ ਪ੍ਰਭਾਵ ਲੈ ਕੇ ਜ਼ਿੰਦਗੀ ਜਿਉਣ ਵਾਲਾ ਬੰਦਾ ਸੀ। ਨੀਚੇ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਿਉਂਕਿ ਉਹ ਸੱਚ ਹੈ, ਸੱਚ ਨੂੰ ਕਿਸੇ ਵਿਸ਼ੇ ਵਕਾਰ ਦਾ ਕਾਹਦਾ ਡਰ। ਅਤੇ ਆਓ ਸਾਧ ਸੰਗਤ ਜੀ, ਇਹ ਜਿਹੜੀ 33 ਨੰਬਰ ਪੌੜੀ ਹੈ, ਸਤਿਗੁਰ ਨੇ ਸਾਰੀ ਪੌੜੀ ਵਿੱਚ ਕਹਿਤਾ ਆਖਣ ਜ਼ੋਰ। ਇੱਕ ਵਾਰੀ ਦੁਬਾਰਾ ਸਮਝ ਲਈਏ, ਆਖਣ ਜ਼ੋਰ। ਕਿਸੇ ਨੇ ਆਖਣ 'ਤੇ ਹੀ ਜ਼ੋਰ ਦਿੱਤਾ ਵੀ ਸ਼ਾਇਦ ਇਹਦੇ ਨਾਲ ਮੈਂ ਸਚਿਆਰਾ ਬਣ ਜੂੰ, ਇਹਦੇ ਨਾਲ ਮੈਂ ਉੱਤਮ ਬਣ ਜੂੰ। ਕਿਸੇ ਨੇ ਚੁੱਪ ਰਹਿਣ 'ਤੇ ਜ਼ੋਰ ਦਿੱਤਾ ਕਿ ਸ਼ਾਇਦ ਚੁੱਪ ਰਹਿਣ ਨਾ, ਮੌਨੀ ਰਹਿਣ ਨਾ, ਮੈਂ ਸਚਿਆਰੇ ਦਾ ਉਹ ਪਦ ਚੜ੍ਹ ਕੇ, ਉਹ ਪੌੜੀ ਚੜ੍ਹ ਕੇ ਉਹਦੇ ਵਿੱਚ ਇੱਕਮਿਕ ਹੋ ਸਕਾਂਗਾ। ਆਖਣ ਜ਼ੋਰ ਚੁੱਪੇ ਨੇ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਥੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਬਾਬਾ ਜੀ 'ਤੇ ਇੱਕਮਿਕ ਹੋਏ ਪਏ ਨੇ। ਇਸ ਤਰ੍ਹਾਂ ਜੋ ਮੰਗਣ ਨੂੰ ਮਿਲ ਜਾਂਦਾ, ਇੱਥੋਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਇਸ ਕਰਕੇ ਬਾਬਾ ਜੀ ਉੱਤਮ ਨੇ। ਚੱਲਦੇ ਨੇ ਨਾ ਡੇਰੇ 'ਤੇ। ਇੱਥੇ ਤੁਸੀਂ ਆਹ ਸਮਾਨ ਚੜ੍ਹਾ ਦਿਓ, ਪੁੱਤ ਲੈ ਜਾਓ ਜੀ, ਇੱਥੋਂ ਆਹ ਸਮਾਨ ਚੜ੍ਹਾ ਦਿਓ, ਇੱਥੋਂ ਆਹ ਲੈ ਜਾਓ ਜੀ। ਇੱਥੋਂ ਗਾਵਾਂ ਮਿਲਦੀਆਂ, ਇੱਥੋਂ ਮੱਝਾਂ ਮਿਲਦੀਆਂ, ਇੱਥੋਂ ਪੁੱਤਰ ਮਿਲਦੇ ਆ। ਕੋਈ ਡੇਰਾ ਹੈ ਜਿੱਥੋਂ ਧੀ ਮਿਲਦੀ ਹੈ? ਕਿਤੇ ਕੋਈ ਕਿਸੇ ਬਾਬੇ ਨੇ ਅਰਦਾਸ ਕੀਤੀ ਜਿੱਥੋਂ ਧੀ ਵੀ ਮਿਲਦੀ ਹੋਵੇ?
ਪੁੱਤ ਮਿਲਦੇ ਨੇ ਇੱਥੋਂ। ਚੱਲਦੀਆਂ ਗਈਆਂ ਦੁਕਾਨਾਂ, ਲੰਬਾ ਟਾਈਮ ਚਲਾਈਆਂ ਨੇ ਇਸ ਗੱਲ 'ਤੇ। ਪਾਤਸ਼ਾਹ ਕਲੀਅਰ ਕਹਿੰਦੇ ਲੱਗੇ, ਆਖਣ ਜ਼ੋਰ ਚੁੱਪੈ ਨੇ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ, ਸਾਡੇ ਵਰਗਾ ਆਤਮਿਕ ਜੀਵਨ ਕਿਸੇ ਦਾ ਉੱਚਾ ਨਹੀਂ ਹੈਗਾ, ਸਾਡੇ ਵਰਗਾ ਧਰਮ ਦੇ ਨਾਂ 'ਤੇ ਮਰਨਾ ਨਹੀਂ ਕਿਸੇ ਨੂੰ ਆਉਂਦਾ। ਅਸੀਂ ਤਾਂ ਨੰਗੇ ਪੈਰੀ ਤੁਰਦੇ ਹਾਂ, ਅਸੀਂ ਤਾਂ ਪੈਰਾਂ ਵਿੱਚ ਛਾਲੇ ਹੋ ਜਾਣ 'ਤੇ ਜੋੜਾ ਨਹੀਂ ਪਾਉਂਦੇ। ਇੱਥੇ ਬਰਫ਼ ਦੀਆਂ ਸਿੱਲੀਆਂ 'ਤੇ ਬਹਿ ਕੇ ਤਪ ਕੀਤਾ ਜਾ ਰਿਹਾ, ਇੱਥੇ ਆਰਿਆਂ ਨਾਲ ਕਟਵਾਇਆ ਜਾ ਰਿਹਾ। ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਤੇ ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਕਿਸੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜ ਮਾਲ ਦਾ ਅੰਦਰ ਸ਼ੋਰ ਹੈ, ਸ਼ਾਇਦ ਇਸ ਬਲ ਬੂਤੇ ਅਸੀਂ ਉੱਤਮ ਹਾਂ, ਅਸੀਂ ਲੋਕਾਂ ਨਾਲੋਂ ਸਾਡਾ ਫਰਕ ਹੈ। ਦੁਨਿਆਵੀ ਧਨ ਦੌਲਤ ਕਰਕੇ ਵੀ ਕਈ ਉੱਤਮ ਖਵਾਉਂਦੇ ਹਨ, ਤੁਹਾਡੇ ਨਾਲ ਸਾਡੀ ਬਰਾਬਰਤਾ ਨਹੀਂ ਜੀ, ਅਸੀਂ ਤੁਹਾਡੇ ਤੋਂ ਉੱਤਮ ਹਾਂ, ਤੁਸੀਂ ਸਾਡੇ ਤੋਂ ਨੀਵੇਂ ਜੇ। ਤੁਹਾਡੇ ਘਰ ਦਾ ਰਹਿਣ ਸਹਿਣ ਸਾਡੇ ਵਰਗਾ ਨਹੀਂ ਹੈਗਾ, ਸਾਡੇ ਘਰ ਦਾ ਰਹਿਣ ਸਹਿਣ ਤੁਹਾਡੇ ਨੂੰ ਵਧੀਆ। ਇਹ ਵੀ ਫਰਕ ਹੁੰਦਾ ਕਈਆਂ ਦੇ ਦਿਮਾਗ ਵਿੱਚ। ਪਾਤਸ਼ਾਹ ਨੇ ਕਲੀਅਰ ਕਹਿ ਦਿੱਤਾ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਥੋਥੀਆਂ ਗਿਆਨ ਦੀਆਂ ਵਿਚਾਰਾਂ ਨਾਲ ਕਈਆਂ ਨੇ ਸੁਰਤ ਜਗਾਉਣ ਦਾ ਵੀ ਦਾਅਵਾ ਕੀਤਾ, ਅਤੇ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਕਹਿਣ ਲੱਗੇ ਇਹਨਾਂ ਜੁਗਤੀਆਂ ਨਾਲ ਭਲਿਓ ਕਿੱਦਾਂ ਤੁਸੀਂ ਬੁਰਿਆਂ ਕੰਮਾਂ ਤੋਂ ਆਪਣਾ ਖਹਿੜਾ ਛਡਾ ਲਓਗੇ। ਇਸ 'ਤੇ ਇੱਕੋ ਤਰੀਕਾ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਜਿਹੜਾ ਸਭ ਤਾਕਤਾਂ ਦਾ ਮਾਲਕ ਹੈ ਨਾ, ਉਹਦੇ ਹੁਕਮ 'ਚ ਤੁਰ ਕੇ ਸਚਿਆਰਾ ਬਣਾਉਣ ਦਾ ਆਪਣੇ ਆਪ ਨੂੰ ਯਤਨ ਕਰੋ, ਕਿਉਂਕਿ ਨਾਨਕ ਉਤਮ ਨੀਚ ਨਾ ਕੋਏ। ਆਪਣੇ ਵੱਲੋਂ ਨਿਭਾਏ ਹੋਏ ਕਰਮ ਕਾਂਡਾਂ ਦੇ ਸਿਰ 'ਤੇ ਕੋਈ ਉਤਮ ਨਹੀਂ, ਕੋਈ ਨੀਚ ਨਹੀਂ। ਹਾਂ, ਇੱਥੇ ਉਤਮ ਨੀਚਮ ਤੁਹਾਡੇ ਆਦਤਾਂ ਨੇ ਬਣਾਉਣਾ। ਫਿਰ ਆਪਣੀ ਸੁਰਤ 2 ਨੰਬਰ ਪੌੜੀ 'ਤੇ ਲੈ ਜਾਓ, ਜਿੱਥੇ ਗੁਰਦੇਵ ਜੀ ਨੇ ਕਿਹਾ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ। ਉੱਥੇ 6 ਸ਼ਬਦ ਵਰਤੇ ਸਨ ਵੀ ਜਿਹੜਾ ਹੁਕਮ 'ਚ ਤੁਰੇਗਾ ਉਹ ਉੱਤਮ ਹੈ, ਜਿਹੜਾ ਨਹੀਂ ਤੁਰੇਗਾ ਉਹ ਨੀਚ ਹੈ, ਜਿਹੜਾ ਤੁਰੇਗਾ ਉਹ ਸੁਖੀ ਹੈ, ਜਿਹੜਾ ਨਹੀਂ ਤੁਰੇਗਾ ਦੁਖੀ ਹੈ, ਜਿਹੜਾ ਤੁਰੇਗਾ ਉਹ ਬਖਸ਼ਿਸ਼ ਦਾ ਪਾਤਰ ਹੈ, ਜਿਹੜਾ ਨਹੀਂ ਤੁਰੇਗਾ ਉਹ ਭਵਾਈ ਹੈ। ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਏ। ਅਤੇ ਇੱਥੇ ਕਹਿਤਾ, ਨਾਨਕ ਉੱਤਮ ਨੀਚ ਨਾ ਕੋਏ। ਭਾਈ ਉੱਤਮ ਨੀਚ ਕੋਈ ਕਰਮ ਕਾਂਡਾ ਕਰਕੇ ਨਹੀਂ ਹੁੰਦਾ, ਕੋਈ ਜਨਮ ਲੈਣ ਕਰਕੇ ਨਹੀਂ ਹੁੰਦਾ, ਕੋਈ ਕੱਪੜੇ ਵੱਖਰੇ ਤਰ੍ਹਾਂ ਦੇ ਪਾਉਣ ਨਾਲ ਨਹੀਂ ਹੁੰਦਾ, ਜੀਵਨ ਕਰਕੇ ਹੁੰਦਾ ਹੈ, ਕਿਰਦਾਰ ਕਰਕੇ ਹੁੰਦਾ ਹੈ, ਕਰੈਕਟਰ ਕਰਕੇ ਹੁੰਦਾ ਹੈ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਿਆ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੋ ਸਾਧ ਸੰਗਤ ਜੀ, 33 ਨੰਬਰ ਪੌੜੀ ਦਾ ਆਪਾਂ ਅੱਜ ਪਾਠ ਤੇ ਵਿਚਾਰਾਂ ਦੀ ਸਾਂਝ ਕੀਤੀ ਹੈ। ਹੁਣ ਜਿਹੜੀਆਂ ਇਸ ਤੋਂ ਬਾਅਦ ਅੱਗੇ 34 ਤੋਂ ਲੈ ਕੇ ਲਗਾਤਾਰ 37 ਨੰਬਰ ਪੌੜੀ ਤੱਕ ਆਪਾਂ ਜਿਹੜੀ ਅਗਲੀ ਵਿਚਾਰ ਕਰਨੀ ਹੈ, 33 34 35 ਅਤੇ 37, ਇਹ ਜਿਹੜੀਆਂ 4 ਪੌੜੀਆਂ ਇਹਨਾਂ ਵਿੱਚ 5 ਖੰਡਾਂ ਦਾ ਜ਼ਿਕਰ ਹੈ। ਜਿਹੜੇ ਖੰਡ ਕਿਤੇ ਅੱਗੇ ਨਹੀਂ, ਇੱਥੇ ਹੀ ਨੇ, ਜਿਹਦੇ ਵਿੱਚ ਗੁਰਦੇਵ ਜੀ ਨੇ ਧਰਮ ਖੰਡ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਗੁਰਦੇਵ ਜੀ ਨੇ ਗਿਆਨ ਖੰਡ, ਕਰਮ ਖੰਡ, ਸ਼ਰਮ ਖੰਡ ਅਤੇ ਸੱਚਖੰਡ, ਇਹ 5 ਖੰਡ ਆਪਾਂ ਇੱਦਾਂ ਵੱਖਰੇ ਵੱਖਰੇ ਇੱਦਾਂ ਦਿਨਾਂ ਦੇ ਵਿੱਚ ਵਿਚਾਰ ਸਾਂਝੀ ਕਰਾਂਗੇ। ਸਮਝ ਆਏਗੀ ਕਿੰਨੇ ਸੋਹਣੇ ਮੋਤੀ ਸਤਿਗੁਰੂ ਜੀ ਨੇ ਸਾਨੂੰ ਪਰੋ ਕੇ ਦਿੱਤੇ ਨੇ। ਆਓ ਇਹ ਮੋਤੀਆਂ ਦੇ ਹਾਰ ਆਪਣੇ ਜੀਵਨ 'ਚ ਪਾਈਏ ਅਤੇ ਜੀਵਨ ਨੂੰ ਖੂਬਸੂਰਤ ਬਣਾਈਏ। 33 ਨੰਬਰ ਪੌੜੀ ਤੱਕ ਤੁਸੀਂ ਵਿਚਾਰ ਸਾਂਝੀ ਕੀਤੀ ਹੈ। ਆਪਾਂ ਤੁਸੀਂ ਨੋਟ ਕੀਤਾ ਹੋਣਾ, ਜਦੋਂ ਵੀ ਆਪਾਂ ਪੌੜੀ ਦੀ ਵਿਚਾਰ ਕਰਦੇ ਹਾਂ, ਆਪਾਂ ਪਿਛਲੀਆਂ ਪੌੜੀਆਂ ਦੇ ਨਾਲ ਉਸ ਗੱਲ ਨੂੰ ਜੋੜਦੇ ਹਾਂ, ਕਿਉਂਕਿ ਗੁਰਦੇਵ ਨੇ ਬਾਣੀ ਇੱਦਾਂ ਉਚਾਰਨ ਕੀਤੀ ਹੈ ਤਾਂ ਕਿ ਕਿਸੇ ਨੂੰ ਗੱਲ ਪੂਰੀ ਸਮਝ ਨਾ ਲੱਗੇ ਤਾਂ ਪਿਛਲੀਆਂ ਪੌੜੀਆਂ ਪੜ੍ਹ ਕੇ ਗੱਲ ਨੂੰ ਸਮਝ ਸਕੇ ਕਿ ਗੁਰੂ ਪਾਤਸ਼ਾਹ ਜੀ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ੁਕਰਾਨਾ ਕਰੀਏ ਉਸ ਮਾਲਕ ਦਾ, ਸਿਰ ਝੁਕਾਈਏ ਉਸ ਗੁਰੂ ਜੀ ਅੱਗੇ ਜਿਹਨੇ ਸਾਨੂੰ ਭੁੱਲਿਆਂ ਨੂੰ, ਭਟਕਿਆਂ ਨੂੰ, ਕੁਰਾਏ ਪਿਆਂ ਨੂੰ, ਡੰਗਰਾਂ ਵਰਗਾ, ਜਾਨਵਰਾਂ ਵਰਗਾ ਜੀਵਨ ਜਿਉਣ ਵਾਲੇ ਮਨੁੱਖਾਂ ਨੂੰ ਜ਼ਿੰਦਗੀ ਜਿਉਣ ਦੇ ਤਰੀਕੇ ਦਿੱਤੇ, ਜਾਂ ਜਿਹਨੂੰ ਕਹੇ ਰਾਖਸ਼ ਬਿਰਤੀ ਵਾਲੇ ਬੰਦੇ ਜਿਹੜੇ ਸਿਰਫ ਖੋਹ ਕੇ ਖਾਣਾ ਜਾਣਦੇ ਸੀ, ਹੜੱਪ ਕਰਨਾ ਜਾਣਦੇ ਸੀ, ਗੁਰਦੇਵ ਜੀ ਨੇ ਸ਼ਬਦ ਦੀ ਕਰਾਮਾਤ ਨਾਲ ਇਹੋ ਜਿਹੇ ਇਨਸਾਨ ਪੈਦਾ ਕਰਤੇ ਜਿਹੜੇ ਭਰਾਵਾਂ ਦੇ ਉੱਤੇ ਜਾਨ ਦੇਣ ਨੂੰ ਤਿਆਰ ਹੋ ਗਏ, ਆਪਣੇ ਦੋਸਤਾਂ ਮਿੱਤਰਾਂ ਦੇ ਬਦਲੇ ਆਪਣਾ ਆਪ ਗਵਾ ਕੇ ਉਹਨਾਂ ਦਾ ਸਵਾਰਨ ਤੁਰ ਪਏ। ਇਹ ਸਭ ਸਿਹਰਾ ਆਪਣੇ ਸਤਿਗੁਰੂ ਦੇ ਚਰਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਇਹ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਆਓ ਗੁਰੂ ਸਾਹਿਬ ਦਾ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ। 33 ਨੰਬਰ ਪੌੜੀ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ। ਬਾਣੀ ਪੜ੍ਹੋ, ਸਮਝੋ, ਵਿਚਾਰੋ, ਅਰਥ ਪੜ੍ਹੋ, ਆਪ ਗੁਰੂ ਦੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਚਿਆਰਾ ਬਣਾਉਣ ਦਾ ਯਤਨ ਕਰੀਏ ਅਤੇ ਉਸ ਪਰਿਪੂਰਨ ਪਰਮਾਤਮਾ ਨਾਲ ਜੁੜੀਏ ਜੋ ਸਾਡੇ ਅੰਦਰ ਬੈਠਾ ਹੈ, ਜੋ ਸਾਡੇ ਅੰਦਰ ਸਦਾ ਸਮਾਇਆ ਹੋਇਆ ਹੈ। ਉਹਦੇ ਨਾਲ ਸਾਂਝ ਪਾ ਕੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣ ਦਾ ਯਤਨ ਕਰੀਏ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।